ਸਿੱਖੀ ਦਾ ਵੀ ਕੀਤਾ, ਗੁਰਦੁਆਰਿਆਂ ਦਾ ਵੀ ਇਹਨਾਂ ਨੁਕਸਾਨ ਕੀਤਾ ਔਰ ਬੇਇੱਜ਼ਤੀ ਕੀਤੀ, ਸਿੱਖ ਧਰਮ ਦੀ ਬੇਇੱਜ਼ਤੀ ਕੀਤੀ। ਜਿਹੜੀ ਅੱਜ ਵੀ ਵੇਖੀਏ ਅਕਾਲ ਤਖਤ ਸਾਹਿਬ ਦੀ ਹਿਸਟਰੀ ਵੱਲ ਵੇਖੀਏ ਜਾਂ ਇਹਨਾਂ ਦੀਆਂ ਸ਼ਹੀਦੀਆਂ ਵੱਲ ਵੇਖੀਏ ਤਾਂ ਦਿਲ ਵਲੂੰਦਰੇ ਜਾਂਦੇ ਆ। ਸੰਤ ਇਹਨਾਂ ਦਾ ਸਤਿਕਾਰ ਕਰਦੇ, ਇਹ ਸੰਤਾਂ ਦਾ ਕਰਦੇ ਸੀ। ਸੰਤਾਂ ਦੀ ਤਪੱਸਿਆ ਬਹੁਤ ਸੀ। ਲੜਾਈ ਉਹਨਾਂ ਦੀ ਆਪਣੀ ਨਿੱਜੀ ਕੋਈ ਨਹੀਂ ਸੀ, ਪੰਜਾਬ ਦੀ ਲੜਾਈ ਸੀ। ਤੋ ਇਹਨਾਂ ਨੇ ਇਹਨਾਂ ਨੂੰ ਪਚੀ, ਆਪਣੀ ਸਰਕਾਰ ਨੂੰ ਨਹੀਂ, ਪੰਜਾਬ ਦੀ ਸਰਕਾਰ ਨੂੰ ਨਹੀਂ ਪਚੀ, ਆਪਣੇ ਸਿੱਖਾਂ ਦੇ ਲੀਡਰਾਂ ਨੂੰ ਨਹੀਂ ਪਚੀ। ਉਹਦੇ ਕਰਕੇ ਉਹਨਾਂ ਦਾ ਨੁਕਸਾਨ ਕੀਤਾ ਔਰ ਸੰਤਾਂ ਦੇ ਨੁਕਸਾਨ ਕਰਨ ਨਾਲ ਉਹਨਾਂ ਸ਼ਹੀਦੀ ਪ੍ਰਾਪਤ ਕਰ ਲਈ। ਔਰ ਟਾਈਮ ਨਾਲ ਇਹ ਕੁਰਬਾਨੀਆਂ ਹੁੰਦੀਆਂ ਰਹਿੰਦੀਆਂ। ਸਾਡੀਆਂ ਜੜ੍ਹਾਂ ਬਹੁਤ ਮਜ਼ਬੂਤ ਕਰ ਗਏ ਨੇ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਸਾਹਿਬ, ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੇ ਕੋਈ ਕਸੂਰ ਹੀ ਨਹੀਂ ਤੇ ਸ਼ਹੀਦੀਆਂ ਪਾਈਆਂ। ਖਾਇਆ ਕੁਛ ਨਹੀਂ ਗਿਆ। ਛੋਟੇ ਬੱਚੇ ਤਾਂ ਸੁੱਟ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ, ਕਿਸੇ ਨੂੰ ਪਾੜ ਦਿੱਤਾ ਗਿਆ, ਕਿਸੇ ਬੀਬੀ ਦੇ ਬੱਚੇ ਦੇ ਪੇਟ 'ਚ ਬੱਚਾ ਉਹਨਾਂ ਨੂੰ ਗੋਲੀਆਂ ਨਾਲ ਮਾਰੀਆਂ ਗਈਆਂ। ਇਹਨਾਂ ਜੋ ਕਰਨਾ ਇਹਨਾਂ ਬਹੁਤ ਘਰਾਉਣੇ ਕੰਮ ਕੀਤੇ ਨੇ। ਵੇਖੋ ਜੀ, ਅਸੀਂ ਤਾਂ ਗੁਲਾਮਾਂ ਤਰ੍ਹਾਂ ਜਿਉਂਦੇ ਹਾਂ, ਜਿੱਦਾਂ ਗੁਲਾਮਾਂ ਕੋਲੋਂ ਕੰਮ ਲਈਦਾ ਉੱਦਾਂ ਹੀ ਸਿੱਖਾਂ ਕੋਲੋਂ ਕੰਮ ਲੈਂਦੇ ਆ। ਔਰ ਵੇਖੋ, ਅੱਜ ਤੱਕ ਸਭ ਤੋਂ ਵੱਡੀ ਗੱਲ, ਸਿੱਖ ਚੀਫ ਮਿਨਿਸਟਰ ਹੋਵੇ, ਉਹਦੇ ਹੁੰਦਿਆਂ ਹੀ ਚਲੋ ਉਹਨੇ ਜਦ ਬੱਚੇ ਮਰਵਾਏ ਜਾਂ ਜਿਸ ਤਰ੍ਹਾਂ ਵੀ ਉਹਨਾਂ ਤੰਗ ਕੀਤਾ, ਪੰਜਾਬ ਨੂੰ ਕੀਤਾ, ਉਹਨਾਂ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਬਖਸ਼ਿਆ। ਖਬਰਾਂ ਨੂੰ ਕੀ ਕੁਝ ਆ ਕੇ ਇੰਦਰਾ ਗਾਂਧੀ ਨੂੰ ਕਿਹਾ, ਉਹ 'ਚ ਉਹਨੇ ਗੁੱਸੇ 'ਚ ਆਣ ਕੇ ਸਭ ਕੁਛ ਕੀਤਾ। ਕਰਨ ਵਾਲੇ ਕਰਾਉਣ ਵਾਲੇ ਤਾਂ ਆਪਣੇ ਨੇ। ਉਹਨੂੰ ਮੌਕਾ ਮਿਲ ਗਿਆ, ਉਹਨੇ ਆਪਣਾ ਉਹ ਮੌਕਾ ਸਾਂਭਿਆ ਅਤੇ ਜੋ ਕਰਨਾ ਹੀ ਕਰ ਦਿੱਤਾ। ਅਤੇ ਸਿੱਖਾਂ ਨੇ ਫਿਰ ਵੀ ਉਹਦਾ ਬਦਲਾ ਲਿਆ, ਮਿੰਟੋ ਮਿੰਟੀ ਭੜਕਾ ਕੇ ਪਰਾਂ ਮਾਰੀ। ਅਤੇ ਉਹੀ ਤਾਂ ਮਾਣ ਕਿਉਂ ਕਰੇਗੀ, ਜਿਹਦੇ ਹੱਥ ਘੜੀ ਆਈ ਘੜੀ ਲਾ ਲਈ, ਕੰਨ ਦੇ ਵਾਲੀਆਂ ਖੋਲੀਆਂ, ਗਲਾਂ 'ਚ ਕੁਝ ਲਾ ਲਿਆ ਅਤੇ ਚੁੱਕ ਕੇ ਸੁੱਟੀ ਗਏ। ਇਹ ਹਾਲ ਹੋਇਆ। ਇਹ ਤਾਂ ਠੇਕਾ ਦੇ ਦਿੱਤਾ ਵੀ ਇਹਨਾਂ ਨੂੰ ਖਤਮ ਕਰੋ, ਇੰਨੇ ਟਾਈਮ ਦੀ ਚਾਹ ਚੁੱਕਣਾ ਅਤੇ ਇੱਕ ਪਾਸੇ ਲਾ ਦਿਓ, ਸੰਸਕਾਰ ਕਰਨਾ, ਤੇਲ ਪਾ ਕੇ ਸਾੜ ਦੇਣੇ, ਜੋ ਵੀ ਕਰਨਾ ਕਰਕੇ ਇਹਨਾਂ ਨੂੰ ਲਾਂਭੇ ਕਰੋ। 6 ਜੂਨ 1984 ਜਦੋਂ ਭਾਰਤੀ ਫੌਜਾਂ ਨੇ ਸ਼੍ਰੀ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਸੀ ਅਤੇ ਲੱਖਾਂ ਜਿਹੜੇ ਸ਼ਰਧਾਲੂ ਜਿਹੜੇ ਅਤੇ ਸ਼ਹੀਦ ਹੋ ਗਏ ਸੀ, ਉਹਨਾਂ ਸ਼ਹੀਦਾਂ ਵਿੱਚੋਂ ਸਰਦਾਰ ਸਬੇਗ ਸਿੰਘ ਦਾ ਜਿਹੜਾ ਨਾਮ ਵੀ ਸਾਹਮਣੇ ਆਉਂਦਾ ਹੈ। ਅਤੇ ਅੱਜ ਉਹਨਾਂ ਦੇ ਪਰਿਵਾਰਕ ਮੈਂਬਰ ਸਰਦਾਰ ਬੇਅੰਤ ਸਿੰਘ ਸਾਡੇ ਨਾਲ ਨੇ ਅਤੇ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਜੀਵਨ ਬਾਰੇ ਪੁੱਛਦੇ ਹਾਂ। ਹਾਂਜੀ ਸਰਦਾਰ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਰਦਾਰ ਸਾਹਿਬ, ਇਹ ਦੱਸੋ ਵੀ ਸਰਦਾਰ ਸਬੇਗ ਸਿੰਘ, ਉਹਨਾਂ ਦਾ ਪਿਛੋਕੜ ਕੀ ਆ, ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਜੀਵਨ ਸੀ ਅਤੇ ਪਿੰਡ ਕਿਹੜਾ ਸੀ ਉਹਨਾਂ ਦਾ? ਕਿਉਂਕਿ ਪਿਛੋਕੜ ਸਾਡਾ, ਅਸੀਂ ਜ਼ਿਮੀਂਦਾਰ ਹਾਂ, ਭੰਗੂ ਗੋਤ ਨੂੰ ਬਿਲੋਂਗ ਕਰਦੇ ਹਾਂ। ਪਿੰਡ ਸਾਡਾ ਖਿਆਲਾ ਹੈ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਅਜਨਾਲਾ 'ਚ। ਪਿਛੋਕੜ ਸਾਡਾ ਇਹੋ ਹੀ ਜ਼ਿਮੀਂਦਾਰ ਹੋਣ ਦੇ ਨਾਤੇ ਸਭ ਤੋਂ ਵੱਡੀ ਅਸੀਂ ਬਾਬਾ ਮਹਿਤਾਬ ਸਿੰਘ ਭੰਗੂ ਦੀ ਫੈਮਿਲੀ 'ਚੋਂ ਹਾਂ। ਸਾਨੂੰ ਬੜਾ ਮਾਣ ਆ। ਬਾਕੀ ਜ਼ਿਮੀਂਦਾਰ ਆ, ਜ਼ਿਮੀਂਦਾਰ ਹੋਣ ਦੇ ਨਾਤੇ ਆਪਾਂ ਜੋ ਵੀ ਹੈ ਪਿੰਡ 'ਚ ਰਹਿਣ ਸਹਿਣ ਦਾ ਵੀ ਮਾਣ ਆ ਸਾਨੂੰ। ਮੈਨੂੰ ਇਹ ਸੋ ਵੀ ਸਰਦਾਰ ਸਬੇਗ ਸਿੰਘ ਫੌਜ ਵਿੱਚ ਭਰਤੀ ਕਦੋਂ ਹੋਏ ਸੀ? ਫੌਜ ਵਿੱਚ ਭਰਤੀ ਹੈ 41 ਦੀ ਗੱਲ ਆ, 40-41 'ਚ ਭਰਤੀ ਹੋਏ ਨੇ। ਉਦੋਂ ਆਪਣੀ ਹੈਗੀ ਸੀ ਆਰਮੀ, ਅੰਗਰੇਜ਼ ਗੌਰਮੈਂਟ ਸੀ। ਅਸੀਂ ਉਦੋਂ ਗੁਲਾਮੀ ਸਾਂ ਅਤੇ ਇੱਥੋਂ ਇਹ ਅੰਮ੍ਰਿਤਸਰੋਂ 10ਵੀਂ ਪਾਸ ਕਰਕੇ ਉੱਥੇ ਚਲੇ ਗਿਆ ਲਾਹੌਰ। ਉੱਥੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਗ੍ਰੈਜੂਏਟ ਹੋ ਗਿਆ ਸੀ। ਉਹ ਤੋਂ ਬਾਅਦ ਇਹਨਾਂ ਨੇ ਉੱਥੇ ਆਪਣਾ ਸਿੱਧਾ ਕਮਿਸ਼ਨ ਇਹਨਾਂ ਨੂੰ ਮਿਲਿਆ ਹੈ, ਸੈਕੰਡ ਲੈਫਟੀਨੈਂਟ ਸਿਲੈਕਟ ਹੋਏ। ਉਸ ਤੋਂ ਬਾਅਦ ਫਿਰ ਜਿੱਦਾਂ ਪਾਰਟੀਸ਼ਨ ਹੋ ਗਈ, ਹਿੰਦੁਸਤਾਨ ਆਜ਼ਾਦ ਹੋ ਗਿਆ, ਪਾਕਿਸਤਾਨ ਬਣ ਗਿਆ। ਉਸ ਤੋਂ ਬਾਅਦ ਫਿਰ ਆਰਮੀ ਜਿਹੜੀ ਉਹ ਆਪਣੀ ਇੰਡੀਅਨ ਆਰਮੀ ਇੱਧਰ ਆ ਗਈ, ਪਾਕਿਸਤਾਨ ਦੀ ਆਰਮੀ ਉੱਧਰ ਚਲੇ ਗਈ, ਜਿਹੜੇ ਜਿੱਦਾਂ ਮੁਲਕ 'ਚ ਹੈਗੀ। ਫਿਰ ਇੱਧਰ ਆਣ ਕੇ ਆਪਣੀਆਂ ਇਹਨਾਂ ਪੂਰੀਆਂ ਸੇਵਾ ਨਿਭਾਈਆਂ, ਜਿਸ ਤਰ੍ਹਾਂ ਹੀ ਮੇਜਰ ਜਨਰਲ ਦੇ ਰੈਂਕ ਤੱਕ ਪਹੁੰਚੇ ਨੇ। ਆਪਣੀ ਇਹਨਾਂ ਦੀ ਕੁਆਲਿਟੀ ਸੀ। ਫਿਰ ਸੰਤਾਂ ਨਾਲ ਵੀ ਲੱਗੇ, ਸੰਤਾਂ ਨਾਲ ਲੱਗ ਕੇ ਫਿਰ ਵੀ ਜੋ ਤੁਹਾਨੂੰ ਪਤਾ ਬਲੂ ਸਟਾਰ ਵੇਲੇ ਹੋਇਆ, ਉਸ ਵੇਲੇ ਵੀ ਇਹਨਾਂ ਨੇ ਪੂਰਾ ਨਾਮਣਾ ਖੱਟਿਆ, ਪੂਰੀ ਤਰ੍ਹਾਂ ਆਪਣੀ ਇੰਡੀਅਨ ਆਰਮੀ ਨਾਲ ਵੀ ਟੱਕਰ ਲਈ ਔਰ ਇੱਕ ਹਿਸਾਬ ਦੀ ਜਿੱਤ ਪ੍ਰਾਪਤ ਕੀਤੀ ਆ। ਔਰ ਨੁਕਸਾਨ ਤਾਂ ਉਹਨਾਂ ਕੀਤਾ, ਪੰਜਾਬ ਦਾ ਵੀ ਕੀਤਾ, ਸਿੱਖੀ ਦਾ ਵੀ ਕੀਤਾ, ਗੁਰਦੁਆਰਿਆਂ ਦਾ ਵੀ ਇਹਨਾਂ ਨੁਕਸਾਨ ਕੀਤਾ ਔਰ ਬੇਇੱਜ਼ਤੀ ਕੀਤੀ, ਸਿੱਖ ਧਰਮ ਦੀ ਬੇਇੱਜ਼ਤੀ ਕੀਤੀ। ਜਿਹੜੀ ਅੱਜ ਵੀ ਵੇਖੀਏ ਅਕਾਲ ਤਖਤ ਸਾਹਿਬ ਦੀ ਹਿਸਟਰੀ ਵੱਲ ਵੇਖੀਏ ਜਾਂ ਇਹਨਾਂ ਦੀਆਂ ਸ਼ਹੀਦੀਆਂ ਵੱਲ ਵੇਖੀਏ ਤਾਂ ਦਿਲ ਵਲੂੰਦਰੇ ਜਾਂਦੇ ਆ। ਅਤੇ ਇਹ ਕਿਰਪਾ ਦੇ ਮਹਿਰ SGPC ਦੇ ਵੱਲੋਂ ਟੋਰਾ ਸਾਹਿਬ ਦੀ ਉਦੋਂ ਪ੍ਰਧਾਨਗੀ ਸੀ ਅਤੇ ਇੱਧਰ ਚੀਫ ਮਿਨਿਸਟਰ ਬਾਦਲ ਸੀ, ਪ੍ਰਕਾਸ਼ ਸਿੰਘ ਬਾਦਲ।
ਤੇ ਉਹਦੇ ਕਰਕੇ ਇਹਨਾਂ ਦੀ ਕਿਰਪਾ ਸਦਕਾ ਹੀ ਜਾਂ ਬਲੂ ਸਟਾਰ ਹੋਇਆ। ਉੱਦਾਂ ਬਲੂ ਸਟਾਰ ਦਾ ਤਾਂ ਮਤਲਬ ਵੀ ਕੋਈ ਨਹੀਂ ਸੀਗਾ। ਭਾਈ ਸਾਹਿਬ ਜਿਹੜੇ ਭਾਈ ਸੁਬੇਗ ਸਿੰਘ ਸੀ ਫੌਜ ਵਿੱਚ ਕਿੱਥੇ ਕਿੱਥੇ ਡਿਊਟੀਆਂ ਕਰ ਚੁੱਕੇ ਸੀ, ਕਿਹੜੀਆਂ ਜਿਹੜੀਆਂ ਜੰਗਾਂ ਲੜ ਚੁੱਕੇ ਸੀ? ਵੇਖੋ ਜੀ, ਸਾਰਿਆਂ ਦਾ ਤਾਂ ਮੈਂ ਨਹੀਂ ਵੇਰਵਾ ਦੇ ਸਕਦਾ, ਬਦਲੀਆਂ ਹੁੰਦੀਆਂ ਰਹਿੰਦੀਆਂ ਜਾਂ ਲੜਾਈਆਂ। ਇੱਕ ਤਾਂ 65 ਦੀ ਲੜਾਈ ਦਾ ਪਤਾ, ਫਿਰ 71 ਦੀ ਬਾਕੀ ਜਿਹੜੀਆਂ ਲੜਾਈਆਂ ਚਾਈਨਾ ਨਾਲ ਲੜੀਆਂ ਗਈਆਂ ਉਹ ਅਲੱਗ ਆ। ਫਿਰ 71 ਦੀ ਲੜਾਈ ਜਿਹੜੀ ਆ ਉਹ ਬੰਗਲਾਦੇਸ਼ ਜਾ ਕੇ ਲੜੀ ਹੈ। ਇਹਨਾਂ ਨੇ ਮੁਕਤੀਵਾਨੀ ਨੂੰ ਟ੍ਰੇਨਿੰਗ ਦੇ ਕੇ ਉਹ ਮੁਲਕ ਆਜ਼ਾਦ ਕਰਾਇਆ, ਪਾਕਿਸਤਾਨ ਦੇ ਨੁਕਸਾਨ ਕੀਤਾ, 2 ਟੋਟੇ ਕੀਤੇ ਮੁਲਕ ਦੇ। ਬਹੁਤ ਵੱਡੀਆਂ ਇਹ ਜਿਨ੍ਹਾਂ ਨੇ ਮਤਲਬ ਕਿ ਕੁਰਬਾਨੀਆਂ ਬਹੁਤ ਜ਼ਿਆਦੀਆਂ, ਮਤਲਬ ਕਿ ਇਹ ਮਿਹਨਤ ਕਰਕੇ ਹੀ ਇਹਨਾਂ ਨੇ ਆਪਣੀ ਇੱਥੋਂ ਤੱਕ ਰੈਂਕ ਤੱਕ ਪਹੁੰਚੇ ਨੇ। ਹਰ ਤਰ੍ਹਾਂ ਵੀ, ਹਰ ਮੋਰਚੇ 'ਚ ਵੀ, ਹਰ ਮੌਸਮ ਦੇ ਹਿਸਾਬ ਨਾਲ ਪੂਰੀ ਦ੍ਰਿੜ ਤੇ ਵਿਸ਼ਵਾਸ ਨਾਲ ਆਪਣੀਆਂ ਲੜਾਈਆਂ ਲੜੀਆਂ ਤੇ ਜਿੱਤੀਆਂ ਨੇ। ਔਰ ਉਹਦੇ ਵਿੱਚ ਬੰਗਲਾਦੇਸ਼ ਵਿੱਚ ਤੇ ਇਹਨਾਂ ਬਹੁਤ ਜ਼ਿਆਦਾ ਹੀ ਮਿਹਨਤ ਕੀਤੀ ਹੈ। ਬੰਗਲਾਦੇਸ਼ੀਆਂ ਦੇ ਨਾਲ ਰਲ ਕੇ ਐਸ ਬੇਗ ਦੇ ਬ੍ਰਿਗੇਡੀਅਰ ਐਸ ਬੇਗ ਦੇ ਨਾਂ 'ਤੇ, ਸ਼ਾਹ ਬੇਗ ਦੇ ਨਾਂ 'ਤੇ ਹੀ ਆਪਣਾ ਉਹਨਾਂ ਨੇ ਸਾਰਾ ਉਹਨਾਂ ਨੂੰ ਟ੍ਰੇਨਿੰਗ ਦਿੱਤੀ। ਔਰ ਨਾਲ ਅਫਸਰਾਂ ਨੂੰ, ਛੋਟੇ ਅਫਸਰਾਂ ਨੂੰ, ਵੱਡਿਆਂ ਨੂੰ ਨਾਲ ਲੈ ਕੇ ਲੜਾਈ ਲੜ ਕੇ ਤੇ ਬੰਗਲਾਦੇਸ਼ ਦਾ ਵਜੂਦ ਇੱਕ ਨਵਾਂ ਮੁਲਕ ਦੇ ਜਿਸ ਤਰ੍ਹਾਂ ਉਹ ਸਾਹਮਣੇ ਆਇਆ, ਦੁਨੀਆ ਦੇ ਸਾਹਮਣੇ ਨਵਾਂ ਦੇਸ਼ ਹੋਇਆ। ਇਲਜ਼ਾਮ ਕਿਉਂ ਲਗਾਇਆ ਗਿਆ ਸੀ ਇਸ ਸੁਬੇਗ ਸਿੰਘ ਹੋਣਾ 'ਤੇ ਉਸ ਟਾਈਮ 'ਤੇ? ਕਿਉਂ ਉਹਨਾਂ ਨੂੰ ਜਿਹੜਾ ਵਾ ਕੋਰਟ ਮਾਰਸ਼ਲ ਕੀਤਾ ਗਿਆ ਸੀ ਉਹਦਾ? ਉਹਦੇ 2 ਕਾਰਨ ਸੀਗੇ ਜੀ। ਇੱਕ ਤੇ ਸਿੱਖ ਸੀਗਾ, ਸੈਕੰਡ ਆਪਣਾ JP ਨਾਰਾਇਣ ਨੂੰ ਗ੍ਰਿਫਤਾਰੀ ਨਾ ਕਰਨਾ, ਇੱਕ ਬਹਾਨੇ ਬਣਾ ਕੇ ਝੂਠੇ ਕੇਸ ਬਣਾ ਕੇ ਤੇ ਡਿਸਮਿਸ ਕਰ ਦਿੱਤਾ ਗਿਆ, ਜਿਹਦਾ ਸਾਨੂੰ ਵੀ ਦੁੱਖ ਹੋਇਆ। ਭਾਈ ਸਾਹਿਬ ਨੂੰ ਤੇ ਹੋਣਾ ਹੀ ਹੋਣਾ ਸੀ, ਕਿਉਂ ਇੱਕ ਐਡੇ ਅਹੁਦੇ 'ਚ ਪਹੁੰਚ ਕੇ ਇੰਨੀ ਕੁਰਬਾਨੀ ਕਰਨੀ, ਇੰਨਾ ਕੁਛ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਲੜਾਈਆਂ ਲੜਨੀਆਂ, ਸਾਰੇ ਸੁੱਖ ਤਿਆਗ ਕੇ ਬੜਿਆ ਮੋਰਚਿਆਂ 'ਚ ਰਹਿਣਾ, ਪਰਿਵਾਰਾਂ ਤੋਂ ਦੂਰ ਰਹਿ ਕੇ ਤੇ ਇੰਨਾ ਕੁਛ ਕੀਤਾ ਹੈ। ਤੇ ਫਿਰ ਆਦਮੀ ਨੂੰ ਆਉਣ ਲੱਗਿਆ ਕਿਹੋ ਜਿਹੀ ਸ਼ਾਬਾਸ਼ ਦਿੱਤੀ ਜਾਵੇਗੀ, ਇੱਕ ਧੱਬਾ ਲਾ ਦਿੱਤਾ ਜਾਵੇ ਕਿ ਡਿਸਮਿਸ ਕਰਕੇ। ਇਹ ਲੱਗਦਾ ਨਹੀਂ ਵੀ ਇਹ ਸਰਕਾਰਾਂ ਜ਼ਿੰਮੇਵਾਰ ਸੀ ਉਸ ਟਾਈਮ ਦੀ ਸਰਕਾਰ ਜਿਹੜੀ ਇਹ ਕਰਦੀਆਂ ਤਾਂ ਸਰਕਾਰਾਂ ਹੀ ਨੇ। ਸਰਕਾਰਾਂ ਨੂੰ ਸਿੱਖ ਤੇ ਭਾਉਂਦਾ ਹੀ ਨਹੀਂਗਾ। ਹਿੰਦੂ ਜੋ ਮਰਜ਼ੀਆ ਕਰੀ ਜਾਏ, ਜਿੱਦਾਂ ਇੰਨੇ ਘਪਲੇ ਹੋ ਗਏ ਨੇ ਆਰਮੀ ਦੇ ਵਿੱਚ, ਵੱਡੇ ਵੱਡੇ ਘਪਲੇ ਆਏ ਨੇ, ਅੱਡ ਅੱਡ ਕੀ ਬਿਆਨ ਕਰਨਾ ਇਹਨਾਂ ਸਾਰਿਆਂ ਨੂੰ ਪਤਾ ਹੈ। ਚਾਹੇ ਸਭ ਤੋਂ ਵੱਡਾ ਘਪਲਾ ਜਿਹੜਾ ਹੈ, ਇਹਨਾਂ ਜਿਹੜਾ ਆਰਮੀ ਦੇ ਬੱਚੇ ਸ਼ਹੀਦ ਹੋ ਗਏ ਨੇ, ਉਹਨਾਂ ਦੇ ਖੱਫਣਾ ਵਿੱਚ ਨਹੀਂ ਇਹਨਾਂ ਨੇ ਕਿਸੇ ਨੂੰ ਬਖਸ਼ਿਆ। ਬਾਕੀ ਕਿਸੇ ਚੀਜ਼ ਕੀ ਹੈ ਕੋਈ ਲਿਹਾਜ਼ ਰੱਖਣਗੇ? ਕਿੱਡਾ ਸਭ ਤੋਂ ਘਰਾਉਣਾ ਕੰਮ ਹੈ ਇਹ, ਉਹਦੇ ਵਿੱਚ ਵੀ ਇਹਨਾਂ ਲਿਹਾਜ਼ ਨਹੀਂ ਰੱਖਿਆ। ਅਤੇ ਇਹਨਾਂ ਆਰਮੀ ਅਫਸਰਾਂ ਨੇ ਕੀਤਾ, ਉਹਨਾਂ ਵੱਲ ਕਿਸੇ ਦਾ ਧਿਆਨ ਹੀ ਨਹੀਂਗਾ। ਜਨਰਲ ਸਾਹਿਬ ਵੱਲ ਤਾਂ ਫੱਟ ਹੋ ਗਿਆ। ਇਸੇ ਕਰਕੇ ਇਹਨੂੰ ਇੱਕ ਸਿੱਖਿਆ ਦੇ ਇਹਨੂੰ ਕੀਤਾ, ਧੱਬਾ ਲਾ ਕੇ ਉਹਨਾਂ ਕੱਢਣਾ ਹੁੰਦਾ ਹੈ। ਬੇਇੱਜ਼ਤੀ ਕੀਤੀ ਆ ਉਹਨਾਂ, ਔਰ ਉਹਨਾਂ ਬੇਇੱਜ਼ਤੀ ਦਾ ਬਦਲਾ ਵੀ ਲਿਆ। ਕੀ ਲੱਗਦਾ ਨਹੀਂ ਵੀ ਸਿੱਖ ਜਗਤ ਵਾਸਤੇ ਇੱਕ ਬੜੀ ਵੱਡੀ ਗੱਲ ਸੀ, ਕਿਉਂਕਿ ਇੱਕ ਆਮ ਪਰਿਵਾਰ 'ਚ ਉੱਠ ਕੇ, ਆਮ ਪਿੰਡਾਂ 'ਚ ਉੱਠ ਕੇ ਐਡਾ ਵਧੀਆ ਜਨਰਲ ਰੈਂਕ 'ਤੇ, ਵੱਡੇ ਵੱਡੇ ਰੈਂਕ 'ਤੇ ਗਏ ਸੀ। ਕੀ ਲੱਗਦਾ ਨਹੀਂ ਸੀ ਇੱਕ ਬੜੀ ਵਾਸਤੇ, ਸਿੱਖਾਂ ਵਾਸਤੇ ਬੜੀ ਵੱਡੀ ਜਿਹੜੀ ਆ ਕੌਮ ਵਾਸਤੇ ਸ਼ਾਨ ਸੀ? ਵੇਖੋ ਜੀ, ਸਿੱਖ ਜਿਹੜੇ ਆ, ਸਿੱਖਾਂ ਬੜੇ ਵੱਡੇ ਜਰਨੈਲ ਹੋ ਚੁੱਕੇ। ਜਨਰਲ ਹਰਬਖਸ਼ ਸਿੰਘ, ਜਨਰਲ ਕੀ ਦਾ ਨਾਂ ਆ, ਇੱਕ ਦੋ ਹੋਰ, ਮਤਲਬ ਕਿ ਜਿੱਦਾਂ ਹੁਣ ਜਿੰਨੇ ਵੀ ਆਪਣੇ ਸਿੱਖ ਜਰਨੈਲ ਸਭ ਤੋਂ ਵੱਧ ਪੰਜਾਬ ਦੇ ਹੀ ਹੋਏ ਆ। ਠੀਕ ਹੈ ਨਹੀਂ, ਜਨਰਲ ਸਪੈਰੋ ਸੀਗਾ, ਹੋਰ ਬੜੇ ਜਰਨੈਲ ਸਿੱਖ ਹੋਏ ਨੇ। ਪਰ ਇਹਨਾਂ ਦਾ ਇੱਕ ਥੋੜ੍ਹਾ ਜਿਹਾ ਇਹਨਾਂ ਡਿਸਮਿਸ ਹੋਣ ਕਰਕੇ, ਮਤਲਬ ਕਿ ਸਾਹਿਬ ਦੀ ਚਰਨੀ ਲੱਗਣ ਲੱਗ, ਗੁਰੂ ਰਾਮਦਾਸ ਦੀ ਚਰਨੀ ਲੱਗਣ ਕਰਕੇ ਇਹਨਾਂ ਨੇ ਫਿਰ ਜੋ ਇੱਦਾਂ ਸਿੱਖ ਧਰਮ ਵਾਸਤੇ ਜਦੋਂ ਇਹਨਾਂ ਲੜਾਈ ਲੜੀ ਗਿਆ ਤੇ ਇਹਨਾਂ ਦਾ ਇਸ ਚੀਜ਼ ਦਾ ਵਾਧਾ ਹੋਇਆ। ਜੇ ਬਾਹਰ ਇੱਦਾਂ ਹੋ ਜਾਂਦੇ ਜਿੱਦਾਂ ਦੂਸਰੇ ਰੁਲ ਗਏ ਨੇ, ਉੱਦਾਂ ਇਹਨਾਂ ਰੁਲ ਜਾਣਾ ਸੀ। ਇਹ ਸਿੱਖ ਕੌਮ ਦੇ ਮਤਲਬ ਇਹਦਾ ਇਸੇ ਕਰਕੇ ਇਹਨਾਂ ਦੀ ਵਡਿਆਈ ਹੈ, ਇੱਜ਼ਤ ਹੈ ਕਿ ਇਹਨਾਂ ਨੇ ਕੁਰਬਾਨੀ ਦਿੱਤੀ ਹੈ ਸਿੱਖ ਵਾਸਤੇ, ਸਿੱਖ ਧਰਮ ਵਾਸਤੇ, ਗੁਰਦੁਆਰਿਆਂ ਦੀ ਰੱਖਿਆ ਵਾਸਤੇ ਕੀਤਾ। ਲੱਗਦਾ ਨਹੀਂ ਵੀ ਤੁਹਾਨੂੰ ਸਿੱਖਾਂ ਨਾਲ ਜਿਹੜਾ ਹਰ ਵਾਰੀ ਜਿਹੜਾ ਇਸ ਤਰ੍ਹਾਂ ਦਾ ਧਰੋਹ ਕੀਤਾ ਹਰ ਤਰ੍ਹਾਂ ਉਹਨਾਂ ਨਾਲ ਪੱਖਪਾਤ ਕੀਤਾ ਨਾ, ਜਦੋਂ ਵੀ ਕਿਤੇ ਕੋਈ ਸਿੱਖ ਜਿਹੜਾ ਤਰੱਕੀ ਕਰਦਾ, ਚਾਹੇ ਉਹ ਫੌਜ 'ਚ ਜਾਂ ਕਿਤੇ ਵੀ ਆ, ਉਹਨਾਂ ਨੂੰ ਜਿਹੜਾ ਵਾ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ? ਵੇਖੋ ਜੀ, ਅਸੀਂ ਤਾਂ ਗੁਲਾਮਾਂ ਤਰ੍ਹਾਂ ਜਿਉਂਦੇ ਹਾਂ, ਜਿੱਦਾਂ ਗੁਲਾਮਾਂ ਕੋਲੋਂ ਕੰਮ ਲਈਦਾ ਉੱਦਾਂ ਹੀ ਸਿੱਖਾਂ ਕੋਲੋਂ ਕੰਮ ਲੈਂਦੇ ਆ। ਇਸ ਕਰਕੇ ਅਸੀਂ ਇਹਨਾਂ ਕੋਲ ਉਮੀਦ ਤੇ ਰੱਖ ਹੀ ਨਹੀਂ ਸਕਦੇ ਕੋਈ। ਇਹ ਸਾਡੇ ਬਹੁਤ ਵੱਡਾ ਕਮੀ ਆ, ਜਿਹੜਾ ਅਸੀਂ ਸਾਡਾ ਇਕੱਠ ਹੈ ਨਹੀਂ। ਸਾਡੇ ਵਿੱਚ ਕਈ ਵੰਡਾਂ ਪਈਆਂ, ਕਈ ਫੈਡਰੇਸ਼ਨਾਂ ਬਣ ਗਈਆਂ, ਕਈ ਆਪਣੀਆਂ ਕੀ ਸੁਸਾਇਟੀਆਂ, ਕਈ ਕੁਛ ਬਣ ਗਿਆ। ਉਹ 'ਤੇ ਸਭ ਤੋਂ ਵੱਡੀ ਹੈ ਡੇਰਾਵਾਦ ਹੋ ਗਿਆ। ਹਾਂਜੀ, ਡੇਰੇਵਾਦ ਸਾਰੇ ਚਲੇ ਗਏ, ਕੁਛ ਇੱਧਰ ਬਹੁਤ ਜ਼ਿਆਦੀਆਂ ਵੰਡਾਂ ਪੈ ਗਈਆਂ। ਅਤੇ ਇਸ ਕਰਕੇ ਅਸੀਂ ਸਾਡੇ ਨਾਲ ਇੰਨਾ ਧੱਕਾ ਹੋ, ਜੇ ਅਸੀਂ ਇੱਕ ਹੋਈਏ, ਇੱਕ ਝੰਡੇ ਥੱਲੇ ਆਈਏ, ਇੱਕ ਨੂੰ ਆਪਣਾ ਲੀਡਰ ਮੰਨੀਏ, ਤਾਂ ਸਾਡੇ ਨਾਲ ਇਹ ਕੁਛ ਨਹੀਂ ਹੋ ਰਿਹਾ। ਅਤੇ ਸਾਡੇ ਲੀਡਰ ਹੀ ਸਾਡੇ ਨਾਲ ਕਰਾ ਰਿਹਾ, ਸਾਡੇ ਲੀਡਰ ਹੀ ਸਾਡੇ ਪੰਜਾਬ ਨੂੰ ਡੋਬਣ ਡਏ ਨੇ, ਪੰਥ ਨੂੰ ਡੋਬਣ ਡਏ ਨੇ। ਔਰ ਵੇਖੋ, ਅੱਜ ਤੱਕ ਸਭ ਤੋਂ ਵੱਡੀ ਗੱਲ, ਸਿੱਖ ਚੀਫ ਮਿਨਿਸਟਰ ਹੋਵੇ, ਉਹਦੇ ਹੁੰਦਿਆਂ ਹੀ
ਚਲੋ ਉਹਨੇ ਜੇ ਬੱਚੇ ਮਰਵਾਏ ਜਾਂ ਜਿਸ ਤਰ੍ਹਾਂ ਵੀ ਉਹਨਾਂ ਤੰਗ ਕੀਤਾ ਪੰਜਾਬ ਨੂੰ ਕੀਤਾ, ਉਹਨਾਂ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਬਖਸ਼ਿਆ। ਤੇ ਉਹਨਾਂ ਕੋਲ ਹੋਰ ਕੀ ਉਮੀਦ ਰੱਖਦੇ ਜਦੋਂ ਕਿ ਅਸੀਂ ਜੰਮਣ ਤੋਂ ਪਹਿਲਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਲੈਂਦੇ ਹਾਂ, ਅਤੇ ਜਨਮ ਤੋਂ ਬਾਅਦ ਵੀ ਅਖੀਰ ਤੱਕ ਜੇ ਕੋਈ ਮੰਗ ਵੀ ਮੰਗਦੇ ਆ ਤਾਂ ਉਹਦੇ ਦਰੋਂ ਘਰੋਂ ਜਾ ਕੇ। ਇੰਨਾ ਵਿਸ਼ਵਾਸ ਆ ਸਿੱਖਾਂ ਨੂੰ ਹਿੰਦੂਆਂ ਨੂੰ ਵੀ ਹੈਗਾ, ਜਿਹੜੇ ਇਸ ਧਰਮ ਨੂੰ ਮੰਨਦੇ ਨੇ ਉਹਨਾਂ ਦਾ ਵੀ ਵਿਸ਼ਵਾਸ ਉਹਨਾਂ ਹੀ ਆ। ਇਹਨਾਂ ਉਹਨੂੰ ਕੱਛੇ ਮਾਰਿਆ, ਉਹਦੀ ਪਰਵਾਹ ਨਹੀਂ ਕੀਤੀ, ਅਤੇ ਸਾਡੀ ਜਿਹੜਾ ਪਰਵਾਹ ਹੀ ਕਰਨੀ ਹੈ, ਪੰਜਾਬ ਦੀ ਪਰਵਾਹ ਹੀ ਕਰਨੀ ਆ। ਨਾ ਸਾਨੂੰ ਇਹਨਾਂ ਕੋਲੋਂ ਉਮੀਦ ਹੀ ਆਪਣੇ ਲੀਡਰਾਂ ਕੋਲੋਂ ਕਿ ਸਾਨੂੰ ਕੁਛ ਲੈ ਕੇ ਦੇਣਗੇ ਜਾਂ ਪੰਜਾਬ ਦਾ ਭਲਾ ਕਰਨਗੇ ਜਾਂ ਸਿੱਖੀ ਦਾ ਭਲਾ ਕਰਨਗੇ। ਇਹਦਾ ਤਾਂ ਮਤਲਬ ਹੀ ਕੋਈ ਨਹੀਂ ਗਾ, ਇਹ ਤਾਂ ਵਰਕਾ ਹੀ ਪਾੜ ਦੋ। ਇਹਨਾਂ ਕੋਲ ਸਾਨੂੰ ਕੋਈ ਆਸ ਨਹੀਂ, ਕਿਸੇ ਨੂੰ ਵੀ ਕੋਈ ਆਸ ਨਹੀਂ, ਨਾ ਪੰਜਾਬੀਆਂ ਨੂੰ ਕੋਈ ਆਸ ਆ ਅਤੇ ਨਾ ਸਿੱਖਾਂ ਨੂੰ ਕੋਈ ਆਸ ਹੈ। ਭਾਈ ਸਾਹਿਬ ਮੈਨੂੰ ਇਹ ਦੱਸੋ ਵੀ ਸਰਦਾਰ ਸੁਬੇਗ ਸਿੰਘ ਜਿਹੜੇ ਜਨਰਲ ਸੀ, ਸੰਤਾਂ ਨੂੰ ਪਹਿਲੀ ਵਾਰ ਕਿੱਥੇ ਮਿਲੇ ਸੀ? ਇਹ ਸੰਤਾਂ ਨੂੰ ਆਪਣਾ ਮਹਿਤਾ ਗੁਰਦੁਆਰੇ ਜਾ ਕੇ ਮਿਲੇ ਨੇ, ਉੱਥੇ ਇਹਨਾਂ ਦੀ ਮੁਲਾਕਾਤ ਹੋਈ ਆ। ਉਦੋਂ ਬਾਅਦ ਫਿਰ ਜਿਸ ਤਰ੍ਹਾਂ ਇੱਕ ਦੂਸਰੇ ਨੂੰ ਸਮਝਿਆ, ਉਹ ਫਿਰ ਉਸ ਤਰ੍ਹਾਂ ਉਹ ਨਾਲ ਹੀ ਰਹੇ ਨੇ। ਕਦੀ ਚਲੇ ਜਾਂਦੇ ਸੀ, ਆ ਜਾਂਦੇ ਸੀ, ਦੇਹਰਾਦੂਨ ਚਲੇ ਜਾਂਦੇ ਸੀ, ਫਾਰਮ 'ਤੇ ਵੀ ਜਾਂਦੇ ਸੀ, ਬਾਜਪੁਰ ਵੀ, ਅੰਮ੍ਰਿਤਸਰ ਇੱਥੇ ਆ ਜਾਂਦੇ ਸੀ ਮਾਤਾ ਜੀ ਨੂੰ ਮਿਲਣ ਪਿੰਡ ਘਿਆਲੇ। ਉੱਦਾਂ ਹੀ ਰਹੇ ਨੇ। ਫਿਰ ਜ਼ਿਆਦਾ ਅਖੀਰ 'ਤੇ ਤਵੱਜੋ ਜ਼ਿਆਦਾ ਇਹਨਾਂ ਦੀ ਜਿੱਦਾਂ ਮਾਰਚੇ ਲੱਗਦੇ, ਫਿਰ ਇਹ ਜ਼ਿਆਦਾ ਇਹਨਾਂ ਦੇ ਸੰਤਾਂ ਕੋਲ ਹੀ ਰਹਿਣ ਲੱਗ ਪਏ ਸੀ। ਸੰਤ ਇਹਨਾਂ ਦਾ ਸਤਿਕਾਰ ਕਰਦੇ ਸੀ, ਇਹ ਸੰਤਾਂ ਦਾ ਕਰਦੇ ਸੀ। ਸੰਤਾਂ ਦੀ ਤਪੱਸਿਆ ਬਹੁਤ ਸੀ, ਉਹ ਤੋਂ ਬਹੁਤ ਪ੍ਰਭਾਵਿਤ ਸੀਗੇ। ਉਹਨਾਂ ਦੀ ਬੜੀ ਉੱਚੀ ਸੋਚ ਸੀ। ਇਹ ਟਕਸਾਲ ਬਾਬਾ ਦੀਪ ਸਿੰਘ ਜੀ ਦੀ ਆ। ਉਸੇ ਟਕਸਾਲ ਨੂੰ ਅੱਗੇ ਲਿਜਾਣ ਵਾਲੇ ਇਸ ਚੀਫ ਮਿਨਿਸਟਰ ਬਾਦਲ ਨੂੰ ਇਸ ਚੀਜ਼ ਦਾ ਖਿਆਲ ਹੀ ਨਹੀਂ ਸੀ ਕਿ ਇਹ ਸੰਤ ਜਿਹੜਾ ਇੱਥੋਂ ਤੱਕ ਪਹੁੰਚ ਜਾਊਗਾ। ਇੰਨੀ ਉੱਚੀ ਅਕਲ ਰੱਖਦੇ ਸੀ, ਬੜੀ ਸੋਚ ਇਹਨਾਂ ਦੀ ਬਹੁਤ ਉੱਚੀ ਸੀ। ਉਹ ਇਹਨਾਂ ਨੂੰ ਬਣਾ ਕੇ ਇੱਕ ਹਿਸਾਬ ਦਾ ਪਛਤਾਏ ਆ ਕਿ ਮੈਂ ਇਹ ਬੰਦਾ ਕਿਹੜਾ ਅੱਗੇ ਲਾਇਆ ਆ, ਅਤੇ ਮੇਰਾ ਤਾਂ ਇਹਨੇ ਬਹੁਤ ਆਣ ਕੇ ਨੁਕਸਾਨ ਕਰ ਦਿੱਤਾ ਹੈ। ਇਸ ਕਰਕੇ ਹੁਣ ਉਹਨਾਂ ਨੇ ਟਕਸਾਲ ਹੀ ਇੱਕ ਹਿਸਾਬ ਦੀ ਸਰਕਾਰ ਨੂੰ ਦੇ ਦਿੱਤੀ ਆ। ਮਤਲਬ ਕਿ ਸਾਰੀ ਹੁਣ ਟਕਸਾਲ ਜਿਹੜੀ ਆ ਸਰਕਾਰੀ ਆ, ਉਹ ਟਕਸਾਲ ਦੇ ਪੱਲੇ ਹੁਣ ਕੁਛ ਨਹੀਂ। ਅੱਛਾ ਭਾਈ ਸਾਹਿਬ, ਇਹ ਦੱਸੋ ਵੀ ਕਦੀ ਸਰਦਾਰ ਸੁਬੇਗ ਸਿੰਘ ਘਰੇ ਆ ਕੇ ਗੱਲਬਾਤ ਕਰਦੇ ਹੋਣਗੇ, ਦੱਸਦੇ ਹੋਣਗੇ ਸੰਤਾਂ ਜੀ ਦਾ ਸੁਭਾਅ ਕਿਸ ਤਰ੍ਹਾਂ ਦਾ ਵਾ, ਕਿੰਨੇ ਕੁ ਜਿਹੜੇ ਮਿੱਠੇ ਸੁਭਾਅ ਦੇ ਸਨ? ਵੇਖੋ ਆਉਂਦੇ ਸੀ, ਮਾਤਾ ਜੀ ਕੋਲ ਆਉਂਦੇ ਸੀ, ਉਹਨਾਂ ਨਾਲ ਜ਼ਿਆਦਾ ਗੱਲਬਾਤ ਹੁੰਦੀ। ਮੈਂ ਤਾਂ ਇੱਥੇ ਨਹੀਂ ਸੀਗਾ, ਭਰਜਾਈ ਜੀ ਨਾਲ ਗੱਲਬਾਤ ਹੁੰਦੀ ਸੀ, ਅਤੇ ਬਹੁਤ ਘੱਟ ਆਉਂਦੇ ਸੀ। ਫਿਰ ਦੇਹਰਾਦੂਨ ਚਲੇ ਗਏ ਜਾਂ ਫਿਰ ਸੰਤਾਂ ਕੋਲ ਰਹਿਣ ਲੱਗ ਪਏ। ਘੱਟ ਘਰ ਅੰਮ੍ਰਿਤਸਰ ਬਹੁਤ ਘੱਟ ਆਉਂਦੇ ਸੀ, ਜਾਂ ਫਿਰ ਮਾਤਾ ਜੀ ਜਾ ਕੇ ਮਿਲ ਆਉਂਦੇ ਹੁੰਦੇ ਸੀ। ਅਤੇ ਬਾਕੀ ਜੇ ਕੋਈ ਗੱਲਬਾਤ ਉਹੋ ਜਿਹੀ ਹੁੰਦੀ ਸੀ, ਉਹ ਆਪਣੇ ਉਹਨਾਂ ਦੀ ਪ੍ਰਾਈਵੇਟ, ਉਹ ਗੱਲ ਬਾਹਰ ਨਹੀਂ ਕੱਢਦੇ, ਆਪਣੇ ਵਿੱਚ ਹੀ ਰੱਖਦੇ ਸੀ। ਆਪਣੇ ਕਿਸੇ ਵੀ ਰਿਸ਼ਤੇਦਾਰ ਯਾਰ ਦੋਸਤ ਨੂੰ, ਬੱਚਿਆਂ ਨਾਲ, ਫੈਮਿਲੀ ਨਾਲ ਕੋਈ ਗੱਲ ਨਹੀਂ ਕਰਦੇ। ਉੱਥੋਂ ਦੀ ਗੱਲ ਉੱਥੇ ਤਾਂ ਹੀ ਕਾਮਯਾਬੀ ਮਿਲੀ ਇੰਨੀ। ਜੇ ਉਹ ਗੱਲਾਂ ਘਰ ਆਣ ਕੇ ਸਾਡੇ ਵਰਗਿਆਂ ਨਾਲ ਕਰਦੇ ਹੁੰਦੇ, ਫਿਰ ਇੰਨੀ ਕਾਮਯਾਬੀ ਕਿੱਥੋਂ ਹੋਣੀ? ਫਿਰ ਤਾਂ ਅਸੀਂ ਤਾਂ ਬਾਹਰ ਰੌਲਾ ਪਾਉਣਾ ਸੀ ਨਾ, ਆਹ ਹੋ ਗਿਆ ਅਤੇ ਹੋ ਗਿਆ। ਉਹ ਇਹੋ ਜਿਹੀਆਂ ਗੱਲਾਂ ਉਹਨਾਂ ਬਾਹਰ ਆਣ ਕੇ ਬਿਲਕੁਲ ਨਹੀਂ ਕੀਤੀਆਂ। ਇਹ ਵੀ ਕਿਹਾ ਜਾਂਦਾ ਵੀ ਜਿਹੜਾ ਅਹਿਮ ਰੋਲ ਸੀ ਸਰਦਾਰ ਸੁਬੇਗ ਸਿੰਘ ਦਾ ਸੀ ਕਾਫੀ, ਕਿਉਂਕਿ ਫੌਜ ਜਨਰਲ ਸੀ। ਸਾਰੀ ਜਿਹੜੀ ਗਾਈਡਨੈਂਸ ਸੀ, ਸਾਰੀ ਜਿਹੜੀ ਆ ਮੋਰਚੇ ਬਣਾਉਣ ਤੋਂ ਲੈ ਕੇ ਹਰ ਜਿਹੜੀ ਆ ਉਹ ਜਿਹੜੇ ਗਾਈਡਨੈਂਸ ਕਰਦੇ ਸੀ। ਸਹੀ ਗੱਲ ਹੈ? ਵੇਖੋ ਜੀ, ਉਹਨਾਂ ਦਾ ਬੜਾ ਪੁਰਾਣਾ ਤਜਰਬਾ ਸੀ। ਉਹਦੇ ਮੁਤਾਬਕ ਉਹਨਾਂ ਨੇ ਜੋ ਵੀ ਕੀਤਾ, ਉਹ ਥੋੜ੍ਹੇ ਜਿਹੇ ਹਥਿਆਰ, ਥੋੜ੍ਹੇ ਜਿਹੇ ਬੰਦਿਆਂ ਨਾਲ ਇੱਕ ਐਡੀ ਵੱਡੀ ਆਰਮੀ ਜਿਹੜੀ ਬੰਗਲਾਦੇਸ਼ ਬਣਾ ਸਕਦੀ ਆ, ਉਹਦਾ ਮੁਕਾਬਲਾ ਕਰਨਾ, ਚੀਨ ਦੇ ਬਾਰਡਰ 'ਤੇ ਲੜਨਾ, ਪਾਕਿਸਤਾਨ ਨੂੰ ਹਰਾਉਣਾ, ਇਹ ਕੋਈ ਨਿੱਕੀ ਜਿਹੀ ਗੱਲ ਤਾਂ ਨਹੀਂ। ਉਸ ਫੌਜ ਦੇ ਨਾਲ ਲੜਨਾ ਕੋਈ ਨਿੱਕੀ ਜਿਹੀ ਗੱਲ ਤਾਂ ਸੀ ਨਾ। ਬੜੇ ਦਿਮਾਗੀ ਲੜਾਈ ਲੜੇ ਆ, ਔਰ ਇੱਕ ਗੋਲੀ ਜਿਹੜੀ ਆ ਉਹਨਾਂ ਦੀ ਕੰਮ ਆਈ ਹੈ। ਇਹ ਨਹੀਂ ਗਾ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਆ ਅਤੇ ਨੁਕਸਾਨ ਕੀਤਾ ਨਾ, ਹਰ ਇੱਕ ਗੋਲੀ ਦਾ ਉਹਨਾਂ ਫਾਇਦਾ ਲਿਆ। ਉਹਦੇ ਕਰਕੇ ਉਹਨੇ ਕਾਮਯਾਬੀ, ਉਹਨਾਂ ਦਾ ਤਜਰਬਾ ਸੀ, ਤਾਂ ਹੀ ਇੱਥੋਂ ਤੱਕ ਰਹੇ। ਇੰਨੇ ਬੰਦਿਆਂ ਨਾਲ ਇੰਨੀ ਆਰਮੀ ਨੇ ਇੰਨੇ ਦਿਨ ਕੱਢ ਗਏ ਨੇ। ਉੱਦਾਂ ਅਦਰਵਾਈਜ਼ ਕੌਣ ਇੰਨੇ ਵੱਡੀ ਸਰਕਾਰ ਨਾਲ ਟੱਕਰ ਲੈ ਸਕਦਾ ਅਤੇ ਇੰਨੀ ਲੜਾਈ ਲੜ ਸਕਦਾ? ਜੇ ਇੱਥੋਂ ਤੱਕ ਨੌਬਤ ਆ ਗਈ, ਟੈਂਕ ਤੋਪਾਂ ਅੰਦਰ ਵਾੜਨੇ ਪਏ। ਇਹ ਕੋਈ ਨਿੱਕੀ ਜਿਹੀ ਗੱਲ ਤਾਂ ਨਹੀਂ। ਉਹਨਾਂ ਦਾ ਬੜਾ ਤਜਰਬਾ ਸੀ, ਉਹ ਤਜਰਬਾ ਉਹਨਾਂ ਦਾ ਇੱਥੇ ਕੰਮ ਕੀਤਾ ਅਤੇ ਇੰਨਾ ਨੁਕਸਾਨ ਕੀਤਾ ਗੌਰਮੈਂਟ ਦਾ। ਇਹ ਵੀ ਅੰਦਰ ਆਦਮੀ ਕਿੰਨੇ ਸੀ ਜਿਹੜੇ ਹੈਗੇ ਸੀ, ਅਤੇ ਫੌਜ ਦੇ ਅਧਿਕਾਰੀ, ਫੌਜ ਜਿਹੜੀ ਉਹ ਕਿੰਨੀ ਕੁ ਸੀ ਅੰਦਰ? ਵੇਖੋ ਫੌਜ ਦਾ ਤਾਂ ਕੋਈ ਅੰਤ ਹੀ ਨਹੀਂ ਨਾ। ਇਹਨਾਂ ਦੇ ਬੰਦੇ ਤਾਂ ਗਿਣੇ ਵੇਥੇ ਸੀ, 100 ਸਵਾ 100 ਹੋਊਗਾ। ਉਹ ਤਾਂ ਲੱਖਾਂ ਦੀ ਤਾਦਾਦ ਸੀ। 4 ਚੁਫੇਰਿਓਂ ਘੇਰਾ ਪਾਇਆ ਸੀ, ਅੰਮ੍ਰਿਤਸਰ ਪੂਰਾ ਘੇਰਿਆ, ਪੰਜਾਬ ਘੇਰਿਆ, ਪੰਜਾਬ ਦਾ ਬਾਰਡਰ ਘੇਰਿਆ ਆ। ਉਹਨਾਂ ਦੇ ਪੂਰੀ ਪਲੈਨਿੰਗ ਨਾਲ ਆਣ ਕੇ ਸਭ ਕੁਝ ਕੀਤਾ ਹੈ। ਉਹਨਾਂ ਵੱਲੋਂ ਕੋਈ ਕਸਰ ਨਹੀਂ। ਅਤੇ ਉਹਨਾਂ ਦੀ ਗਿਣਤੀ ਦਾ ਤਾਂ ਅਸੀਂ ਨਹੀਂ ਕੁਝ ਕਹਿ ਸਕਦੇ। ਉਹ ਤਾਂ ਆਰਮੀ ਨੂੰ ਪਤਾ ਹੁੰਦਾ ਕਿੱਥੇ ਕਿੱਥੇ ਕਿਹਨੂੰ ਲਾਇਆ, ਕਿਹੜਾ ਤੋਪਖਾਨਾ ਹੈ, ਕਿਹੜਾ ਟੈਂਕ ਆ, ਕਿਹੜਾ ਕਿਸ ਤਰ੍ਹਾਂ। ਇਹ ਤਾਂ ਉਹਨਾਂ ਦੇ ਆਪਣੇ ਪਲੈਨਿੰਗ ਹੁੰਦੀ ਆ। ਉਹ ਨਾ ਸਾਨੂੰ ਪਤਾ, ਨਾ ਉਹ ਕੋਈ ਦੱਸਦੇ ਨੇ। ਇਹ ਸਾਨੂੰ ਆਪਣਾ ਪਤਾ ਹੀ, ਜੋ ਸੰਤਾਂ ਦੇ ਨਾਲ ਰਹਿ ਕੇ ਅਤੇ ਭਾਜੀ ਨੇ ਮੋਰਚਾਬੰਦੀ ਕੀਤੀ ਆ, ਕਿਸ ਤਰ੍ਹਾਂ ਕੀਤੀ ਆ, ਕਿਵੇਂ ਇੱਧਰੋਂ ਵੀ ਆ ਸਕਦੇ, ਉੱਧਰੋਂ ਵੀ ਆ ਸਕਦੇ ਨੇ, ਆਹ ਵੀ ਹੋ ਸਕਦਾ, ਉਹ ਵੀ ਹੋ ਸਕਦਾ। ਇਹ ਸੋਚ ਵਿਚਾਰ ਕੇ ਉਹਨਾਂ ਆਪਣੇ ਹਿਸਾਬ ਨਾਲ ਕੀਤਾ। ਇਸ ਹੋਰ ਕਿਹੜੇ ਮੋਰਚੇ ਜਿਹੜੇ ਫਤਿਹ ਕੀਤੇ ਨੇ ਭਾਈ ਸਾਹਿਬ ਨੇ ਸੰਤਾਂ ਜੀ ਦੇ ਨਾਲ?
ਸੰਤਾਂ ਨਾਲ ਹੋਰ ਤਾਂ ਮੋਰਚੇ ਤੇ ਇਹੋ ਇੱਕ ਪੂਰੀ ਮੋਰਚਾ ਹੈ, ਉਹ ਕਿਹੜਾ ਬਦਲ ਗਿਆ। ਫਿਰ ਧਰਮਯੁੱਧ ਮੋਰਚਾ ਹੋ ਗਿਆ, ਉਹਦੇ 'ਚ ਗ੍ਰਿਫਤਾਰੀਆਂ ਦਿੱਤੀਆਂ ਜਿੱਦਾਂ ਆਮ ਲੋਕੀ ਦਿੰਦੇ ਨੇ। ਬਾਕੀ ਫਤਿਹ ਫੁਤਿਹ ਤਾਂ ਹੁਣ ਕੀ ਹੋਣਾ, ਉਹਦੇ ਗੌਰਮੈਂਟ ਨੇ ਦਬਾ ਹੀ ਦਿੱਤਾ, ਉਹਦੇ 'ਚ ਤਾਂ ਕੋਈ ਹੈ ਹੀ ਨਹੀਂ। ਫਤਿਹ ਕਾਹਦਾ ਹੋਣਾ, ਫਤਿਹ ਜਦੋਂ ਸਟੇਟ ਸਰਕਾਰ ਨਾਲ ਨਹੀਂ, ਸਿੱਖ ਜਥੇਬੰਦੀ ਆ ਉਹ ਨਾਲ ਨਹੀਂ, ਤੇ ਸੰਤਾਂ ਨੇ ਕੀ ਕਰਨਾ। ਸੰਤਾਂ ਦੇ ਆਪਣਾ ਜੋ ਫਰਜ਼ ਕੀਤਾ ਹੈ, ਕਿਹਾ ਹੀ ਜੋ ਕੀਤਾ ਹੈ, ਆਪਣਾ ਪੰਜਾਬੀ ਬੋਲਦੇ ਇਲਾਕਿਆਂ ਦਾ ਹੋ ਗਿਆ, ਬਿਜਲੀ ਦਾ ਪਾਣੀ ਦਾ ਹੋ ਗਿਆ। ਲੜਾਈ ਉਹਨਾਂ ਦੀ ਆਪਣੀ ਨਿੱਜੀ ਕੋਈ ਨਹੀਂ ਸੀ, ਪੰਜਾਬ ਦੀ ਲੜਾਈ ਸੀ। ਤੋ ਇਹਨਾਂ ਨੇ ਇਹਨਾਂ ਨੂੰ ਪਚੀ, ਆਪਣੀ ਸਰਕਾਰ ਨੂੰ ਨਹੀਂ, ਪੰਜਾਬ ਦੀ ਸਰਕਾਰ ਨੂੰ ਨਹੀਂ ਪਚੀ, ਆਪਣੇ ਸਿੱਖਾਂ ਦੇ ਲੀਡਰਾਂ ਨੂੰ ਨਹੀਂ ਪਚੀ। ਉਹਦੇ ਕਰਕੇ ਉਹਨਾਂ ਦਾ ਨੁਕਸਾਨ ਕੀਤਾ, ਔਰ ਸੰਤਾਂ ਦੇ ਨੁਕਸਾਨ ਕਰਨ ਨਾਲ ਉਹਨਾਂ ਸ਼ਹੀਦੀ ਪ੍ਰਾਪਤ ਕਰ ਲਈ। ਉਹਨਾਂ ਵੱਧ ਨੁਕਸਾਨ ਇਹਨਾਂ ਸਾਡੇ ਲਈ ਪੰਜਾਬ ਦਾ ਕੀਤਾ ਹੈ। ਇਸ ਜਿੱਦ 'ਚ ਆ ਗਏ ਕਿ ਸੰਤ ਜਿਹੜੇ ਆ ਇਹ ਲੀਡਰ ਨਾ ਬਣ ਜਾਣ, ਸੰਤ ਅੱਗੇ ਨਾ ਆ ਜਾਣ। ਆਪਣੀ ਚੌਧਰ ਖਾਤਰ ਇਹਨਾਂ ਸਭ ਕੁਝ ਕਰਵਾਇਆ। ਕਿਹਾ ਜਾਂਦਾ ਵੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੀ ਆ ਬਹੁਤ ਕਾਫੀ ਵਿੱਚੋਂ ਗੋਲਾਬਾਰੀ ਹੋਈ ਆ। ਕਿੰਨੀ ਕੁ ਜਿਹੜੀ ਵਿੱਚੋਂ ਚੱਲੀ ਸੀ? ਗੋਲਾਬਾਰੀ ਦਾ ਕੋਈ ਅੰਤ ਥੋੜ੍ਹਾ, ਇਹ ਤਾਂ ਆਪਣੇ ਹਿਸਾਬ ਨਾਲ ਚੱਲਦੇ ਰਿਹਾ। ਗੋਲਾਬਾਰੀ ਤਾਂ ਉਹਨਾਂ ਬੰਦ ਕੀਤੀ ਹੀ ਨਹੀਂ। ਜਿੱਥੋਂ ਇੱਕ ਪਾਸੇ ਰਾਈਫਲ ਦਾ ਫੈਰ ਗਿਆ, ਉਧਰ ਹੀ ਗੋਲੇ ਸੁੱਟੀ ਗਏ ਨੇ। ਉਹਨਾਂ ਦੇ ਤੇ ਆਰਮੀ ਨੇ ਤੇ 4 ਸਫੇਰੋਂ ਘੇਰਾ ਪਾ ਕੇ ਜੋ ਵੀ ਆ ਕੀਤਾ ਆਰਮੀ ਦਾ। ਫਿਰ ਆਰਮੀ ਨੇ ਆਪਣੇ ਤਰੀਕੇ ਨਾਲ ਚੱਲਣਾ। ਜਿਉਂ ਉਹਨੇ ਇੰਨੀ ਕੈਜੂਅਲਟੀ ਹੋ ਗਈ, ਇੰਨੇ ਉਹਨਾਂ ਦਾ ਨੁਕਸਾਨ ਹੋ ਗਿਆ, ਪੈਰਾਸ਼ੂਟਰ ਜਿਹੜੇ ਆਏ ਉਹ ਮਾਰੇ ਗਏ, ਉਹ ਦੂਸਰੇ ਅਫਸਰ ਮਾਰੇ ਗਏ, ਨੁਕਸਾਨ ਹੋਇਆ। ਉਹਨਾਂ ਨੇ ਗੁੱਸੇ 'ਚ ਆ ਕੇ ਜੋ ਵੀ ਕੀਤਾ ਕਰਨਾ ਸੀ। ਉੱਤੋਂ ਤੇ ਹੁਕਮ ਖੁੱਲ੍ਹਾ ਸੀ, ਜੋ ਮਰਜ਼ੀ ਕਰ ਦਿਓ, ਜਾਂ ਜਿੱਤਣਾ, ਸੰਤਾਂ ਨੂੰ ਇੱਕ ਪਾਸੇ ਲਾਉਣਾ। ਤੇ ਉਹ ਉਹਨਾਂ ਕੰਮ ਆਪਣੇ 'ਚ ਉਹ ਪੂਰਾ ਕਾਮਯਾਬ ਹੋ ਗਿਆ। ਔਰ ਦਿਨ ਟਾਈਮ ਲੱਗਾ, ਕੋਈ ਏਡੀ ਛੇਤੀ ਨਹੀਂ ਹੋਇਆ। ਜਿਹੜਾ ਇਹ ਸੋਚ ਸਮਝ ਸੀ ਕਿ ਛੋਟਾ ਜਿਹਾ ਕੰਮ ਆ, ਉਹ ਕੰਮ ਨਹੀਂ ਹੋਇਆ। ਬੜੀ ਮੁਸੀਬਤ 'ਚ ਫਸ ਗਈ ਸੀ ਇੰਡੀਅਨ ਆਰਮੀ। ਕੀ ਲੱਗਦਾ ਨਹੀਂ ਵੀ ਇਹ ਜਿਹੜੀ ਸੈਂਟਰ ਸਰਕਾਰ ਦੀ ਪਹਿਲੋਂ ਹੀ ਪਲੈਨਿੰਗ ਸੀ? ਕਿਉਂਕਿ ਗੁਰੂ ਅਰਜਨ ਦੇਵ ਦਾ ਜਿਹੜਾ ਪ੍ਰਕਾਸ਼ ਸ਼ਹੀਦੀ ਦਿਹਾੜਾ ਸੀ, ਉਹ ਵੀ ਇੱਥੇ ਮਨਾਉਣਾ ਸੀ। ਸਿੱਖ ਸੰਗਤ ਜਿਹੜੀ ਕਾਫੀ ਵੱਡੀ ਤਾਦਾਦ ਵਿੱਚ ਇੱਥੇ ਪਹੁੰਚਣੀ ਸੀ। ਕੀ ਲੱਗਦਾ ਨਹੀਂ ਵੀ ਸਾਰੀ ਪਲੈਨਿੰਗ ਜਿਹੜੀ ਹੈ ਪਹਿਲੋਂ ਹੀ ਤਿਆਰੀ ਕੀਤੀ ਗਈ ਸੀ ਵੀ ਜਿਹਦਾ ਸ਼ਹੀਦੀ ਦਿਹਾੜਾ ਮਨਾਉਣਾ, ਉਸ ਤੋਂ ਲੈ ਕੇ ਹੀ ਜਿਹੜਾ ਅਟੈਕ ਕੀਤਾ ਜਾਊਗਾ? ਵੇਖੋ ਜੀ, ਇਹਨੇ ਆਰਮੀ ਨੂੰ ਪਹਿਲਾਂ ਕੋਈ ਟ੍ਰੇਨਿੰਗ ਨਹੀਂ, ਨਾ ਕੋਈ ਗੱਲ ਸੀ, ਨਾ ਬਾਤ ਸੀ। ਗੱਲ ਤੇ ਮਾਰਚ ਚੱਲਦੇ ਸੀਗੇ। ਚੱਲਦੇ ਵੇਖਿਆ ਵੀ ਸੰਤਾਂ ਦੀ ਚੜ੍ਹਤ ਨੂੰ ਵੇਖ ਕੇ ਤੇ ਸੰਤਾਂ ਦੇ ਬਰਖਲਾਫ ਜਾ ਕੇ ਭੜਕਾਇਆ। ਆਖਿਆ ਵੀ ਇੱਥੇ ਆ ਹੋ ਜੂ, ਪੰਜਾਬ ਦਾ ਨੁਕਸਾਨ ਹੋ ਜੂ, ਪੰਜਾਬ ਖੁੱਸ ਜੂ, ਖਾਲਿਸਤਾਨ ਬਣ ਜੂ। ਖਬਰਾਂ ਨੂੰ ਕੀ ਕੁਛ ਜਾ ਕੇ ਇੰਦਰਾ ਗਾਂਧੀ ਨੂੰ ਕਿਹਾ। ਉਹ 'ਚ ਉਹਨੇ ਗੁੱਸੇ ਜਾਣ ਕੇ ਸਭ ਕੁਛ ਕੀਤਾ। ਕਰਨ ਵਾਲੇ ਕਰਾਉਣ ਵਾਲੇ ਤੇ ਆਪਣੇ ਨੇ। ਇਹਨਾਂ ਨੇ ਜਾ ਕੇ ਕੰਨ ਭਰੇ ਤੇ ਫੇਰ ਹੀ ਇਹ ਕੁਛ ਹੋਇਆ। ਉਹਨੂੰ ਮੌਕਾ ਮਿਲ ਗਿਆ, ਉਹਨੇ ਆਪਣਾ ਉਹ ਮੌਕਾ ਸਾਂਭਿਆ ਤੇ ਜੋ ਕਰਨਾ ਹੀ ਕਰ ਦਿੱਤਾ। ਤੇ ਸਿੱਖਾਂ ਨੇ ਫੇਰ ਵੀ ਉਹਦਾ ਬਦਲਾ ਲਿਆ। ਸਤਵੰਤ ਸਿੰਘ ਨੇ, ਬੇਅੰਤ ਸਿੰਘ ਨੇ ਜਾ ਕੇ ਉਹਦਾ ਬਦਲਾ ਲਿਆ। ਹਾਲਾਂਕਿ ਨੌਜਵਾਨ ਸੀ, ਸਿੱਖ ਸੀ, ਘਰ ਪਰਿਵਾਰ ਬੱਚੇ ਆ, ਪਰ ਸਭ ਤੋਂ ਵੱਧ ਤੇ ਇਹੀ ਨਾ ਕਿ ਮਿੰਟੋ ਮਿੰਟੀ ਭੜਕਾ ਕੇ ਪਰਾਂ ਮਾਰੀ। ਤੇ ਸਿੱਖਾਂ ਨੂੰ ਹੌਸਲਾ, ਸਿੱਖ ਥੋੜ੍ਹਾ ਜਿਹਾ ਤੇ ਤਸੱਲੀ ਹੋਈ ਕਿ ਉਹਨਾਂ ਨੂੰ ਵੀ ਪਤਾ ਲੱਗਿਆ ਜੇ ਸਿੱਖ ਕੌਮ ਜਿੰਦਾ ਤੇ ਜਿੰਦਾ ਰਹੂਗੀ। ਬਸ ਕਿਤੇ ਸਿੱਖਾਂ ਦਾ ਜਿਹੜਾ ਖੂਨ ਜਿਹੜਾ ਖੌਲਦਾ ਸੀ, ਉਹਨਾਂ ਨੇ ਸਾਬਤ ਕਰਤਾ ਆਪਣਾ। ਬਿਲਕੁਲ ਉਹਨਾਂ ਨੇ ਸਾਬਤ ਕਰਤਾ। ਸਾਨੂੰ ਉਹਨਾਂ ਦੇ ਮਾਣ ਆ। ਸਾਨੂੰ ਜਨਰਲ ਸਾਹਿਬ ਦੀ ਸ਼ਹੀਦੀ ਤੋਂ ਵੱਧ ਮਾਣ ਸਤਵੰਤ ਬੇਅੰਤ ਤੇ ਆ, ਜਿੰਦੇ ਸੁੱਖੇ ਤੇ ਆ। ਹਾਂਜੀ, ਉਦੋਂ ਵੱਧ ਮਾਣ ਦਿਲਾਵਰ ਸਿੰਘ ਤੇ ਆ। ਇਹ ਟਾਈਮ ਨਾਲ ਇਹ ਕੁਰਬਾਨੀਆਂ ਹੁੰਦੀਆਂ ਰਹਿੰਦੀਆਂ। ਸਾਡੀਆਂ ਜੜ੍ਹਾਂ ਬਹੁਤ ਮਜ਼ਬੂਤ ਕਰ ਗਏ ਨੇ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਸਾਹਿਬ, ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੇ ਕੋਈ ਕਸੂਰ ਹੀ ਨਹੀਂ ਤੇ ਸ਼ਹੀਦੀਆਂ ਪਾਈਆਂ। ਤੇ ਫਿਰ ਟਾਈਮ ਨਾਲ ਵਕਤ ਨਾਲ ਇਹ ਸਭ ਕੁਝ ਬਦਲਦਾ ਰਹਿੰਦਾ ਹੈ। ਇਹ ਸ਼ਹੀਦ ਘਰੀ ਜੰਮਦੇ ਨਹੀਂ ਗੇ। ਇਹ ਵਕਤ ਜਿਹੜਾ ਹੈ ਉਹਨਾਂ ਦਾ ਬਦਲ ਦਿੰਦਾ ਹੈ, ਸੋਚ ਬਦਲ ਦਿੰਦਾ ਹੈ, ਤਾਂ ਹੀ ਜਾ ਕੇ ਕੁਛ ਇੱਥੋਂ ਤੱਕ ਪਹੁੰਚਦੇ ਆ। ਜਨਰਲ ਸਾਹਿਬ ਘਰ ਰਾਜਿਆਂ ਵਾਂਗ ਰਹਿੰਦੇ ਸੀ, ਉਹਨਾਂ ਕੋਈ ਕਮੀ ਸੀ। ਇੱਧਰ ਆਉਣ ਦਾ ਜੇ ਆ ਗਏ ਨੇ ਤੇ ਉਹ ਇੱਕ ਬਦਲੇ ਦੀ ਭਾਵਨਾ ਨਾਲ ਆ ਗਏ ਨੇ ਤੇ ਬਦਲ ਲਿਆ ਵੀ ਹੈ। ਔਰ ਮੇਰਾ ਨਹੀਂ ਖਿਆਲ ਕੋਈ ਅੱਗੇ ਕਈਆਂ ਅਫਸਰਾਂ ਨਾਲ ਹੋਇਆ ਉਹਨਾਂ ਆਪਣਾ ਇੱਦਾਂ ਦਾ ਕੋਈ ਬਦਲਾ ਲਿਆ ਹੋਵੇ ਜਾਂ ਆਪਣਾ ਯਾਰ ਕੀਤਾ ਹੋਵੇ। ਸਿਰਫ ਇਹਨਾਂ ਨੇ ਕੀਤਾ। ਸਾਨੂੰ ਇਸ ਚੀਜ਼ ਦਾ ਮਾਣ ਆ। ਸਾਨੂੰ ਜਨਰਲ ਸਾਹਿਬ ਦੀ ਸ਼ਹੀਦੀ 'ਤੇ, ਸੰਤ ਜਰਨੈਲ ਸਿੰਘ ਖਾਲਸਾ ਦੀ ਸ਼ਹੀਦੀ 'ਤੇ, ਭਾਈ ਅਮਰੀਕ ਸਿੰਘ, ਠਾਰਾ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਸ਼ਹੀਦੀ 'ਤੇ ਵਰਤਮਾਨ ਹੁਣ ਦੇ ਜਿਹੜੇ ਸ਼ਹੀਦ ਨੇ ਸਤਵੰਤ ਸਿੰਘ, ਬੇਅੰਤ ਸਿੰਘ, ਹਾਂਜੀ, ਛੋਟੇ ਨਾਲ ਹੀ ਲੈ ਲਈਏ, ਜਿੰਦਾ ਸੁੱਖਾ ਹੀ ਕਿਹਾ ਜਾਂਦਾ। ਉਹਦੇ ਨਾਲ ਸਾਨੂੰ ਮਾਣ ਮਿਲਦਾ। ਉਹਨਾਂ ਮਾਂ ਪਿਓ ਨੂੰ ਮਾਣ। ਸਭ ਤੋਂ ਵੱਡੀ ਗੱਲ ਫਿਰ ਮਾਂ ਬਾਪ ਨੂੰ ਕਹਿਣਾ ਕਿ ਤੁਸੀਂ ਭੰਗੜੇ ਪਾਉਣੇ ਆ ਸਾਡੀ ਬੋਡੀ 'ਤੇ, ਡੈਡ ਬੋਡੀ 'ਤੇ। ਤੇ ਕਿੱਡੇ ਆਪਣੇ ਜਿੰਦੇ ਸੁੱਖੇ ਨੇ। ਔਰ ਜਾ ਕੇ ਮਠਿਆਈਆਂ ਵੰਡਣੀਆਂ ਜਦੋਂ ਫਾਂਸੀ ਦਾ ਹੋਇਆ। ਇਹ ਨਿੱਕੀ ਜਿਹੀ ਕੋਈ ਗੱਲ ਹੈ, ਹਿਸਟਰੀ ਹੈ ਇੱਕ। ਅੱਗੇ ਫਿਰ ਆਣ ਕੇ ਦਿਲਾਵਰ ਸਿੰਘ ਛੋਟਾ ਜਿਹਾ ਬੱਚਾ ਸਭ ਕੁਝ ਕਰਕੇ ਕਰਾ ਕੇ ਆਪ ਉੱਡਿਆ, ਅਗਲਿਆਂ ਨੇ ਉਡਾਇਆ। ਇਹ ਚੱਲਦਾ ਹੀ ਰਹਿਣਾ। ਮਤਲਬ ਕਹਿ ਸਕਦੇ ਵੀ ਜਿੰਦੇ ਸਿੱਖੇ ਵਰਗਾ ਜਿਹੜਾ ਜਨਮ ਆ, ਮਾਵਾਂ ਹਰ ਕੋਈ ਪੁੱਤ ਨੂੰ ਜਿਹੜੀ ਜਿੰਦੀ ਦਿਸਦੀਆਂ। ਇਹ ਟਾਈਮ ਜਿਹੜਾ ਹੈ ਇਹਨਾਂ ਨੂੰ ਉਸ ਚੀਜ਼ ਪਾਸੇ ਮੋੜ ਦਿੰਦਾ ਹੈ। ਦਿਮਾਗ ਉੱਧਰ ਲੱਗ ਜਾਂਦਾ ਕਿਵੇਂ ਸਾਡੇ ਵੱਡੇ ਨੇ ਆਹ ਕੀਤਾ ਕਿੱਦਾਂ। ਅੱਜ ਉਹਨਾਂ ਦਾ ਨਾਂ ਰੌਸ਼ਨ ਆ।
ਤੇ ਸਾਨੂੰ ਮਾਣ ਹੈ ਕਿ ਮੈਂ ਨਾ ਜਨਰਲ ਸਾਹਿਬ ਦਾ ਇਹਨਾਂ ਦੀ ਵੱਧ ਸ਼ਹੀਦੀ ਆ। ਜਨਰਲ ਸਾਹਿਬ ਨੇ ਲੜੇ ਆ, ਕਰੇ ਆ, ਤੇ ਬਾਕੀ ਇਹ ਜਿਸ ਚੀਜ਼ ਨੂੰ ਬਰਕਰਾਰ ਰੱਖਣਾ, ਇਹਨੂੰ ਅੱਗੇ ਲੈ ਕੇ ਜਾਣਾ ਬੜੀ ਵੱਡੀ ਗੱਲ ਆ। ਸਾਨੂੰ ਸਾਰੇ ਸ਼ਹੀਦਾਂ 'ਤੇ ਮਾਣ ਆ। ਮੈਨੂੰ ਇਸ ਵੀ ਉਸ ਟਾਈਮ ਤੇ ਜਿਹੜਾ ਹਾਲਾਤ ਸੀ, ਕਿਹਾ ਜਾਂਦਾ ਵੀ ਅੰਦਰੋਂ ਜਿਹੜੀਆਂ ਲਾਸ਼ਾਂ ਵਾ ਕਾਫੀ ਜਿਹੜੀਆਂ ਵੱਡੀ ਤਾਦਾਦ ਵਿੱਚ ਨਿਕਲੀਆਂ, ਟਰੱਕ ਭਰ ਕੇ ਨਿਕਲੀਆਂ, ਤੇ ਬੀਬੀਆਂ ਬੱਚਿਆਂ ਤੇ ਸਾਰਿਆਂ ਤੇ ਜਿਹੜੀਆਂ ਗੋਲਾਬਾਰੀ ਕੀਤੀ ਗਈ, ਕਿੰਨੀ ਕੁ ਸੱਚਾਈ ਹੈ? ਵੇਖੋ ਜੀ, ਸੁਣ 'ਚ ਇਹ ਵੀ ਆਇਆ, ਵੇਖਣ 'ਚ ਉਦੋਂ ਵਿਖਾਇਆ ਕੁਛ ਨਹੀਂ ਗਿਆ। ਛੋਟੇ ਛੋਟੇ ਬੱਚੇ ਤਾਂ ਸੁੱਟ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ, ਕਿਸੇ ਨੂੰ ਪਾੜ ਦਿੱਤਾ ਗਿਆ, ਕਿਸੇ ਬੀਬੀ ਦੇ ਬੱਚੇ ਦੇ ਪੇਟ 'ਚ ਬੱਚਾ ਉਹਨਾਂ ਨੂੰ ਗੋਲੀਆਂ ਨਾਲ ਮਾਰੀਆਂ ਗਈਆਂ। ਇਹਨਾਂ ਜੋ ਕਰਨਾ ਹੈ, ਇਹਨਾਂ ਬਹੁਤ ਘਰਾਉਣੇ ਕੰਮ ਕੀਤੇ ਨੇ। ਮਤਲਬ ਕਿ ਇੰਡੀਅਨ ਆਰਮੀ ਨੇ ਕੋਈ ਚੰਗੀ ਤਰ੍ਹਾਂ ਨਹੀਂ ਕੀਤਾ, ਔਰ ਬੜੇ ਨਜਾਇਜ਼ ਬੰਦੇ ਸਾਰੇ, ਜਿੰਨੇ ਅੰਦਰ ਸ਼ਰਧਾਲੂ ਸਾਰੇ ਨਜਾਇਜ਼ ਸੀਗੇ। ਲੜਨ ਵਾਲੇ ਤਾਂ ਬੰਦੇ ਥੋੜ੍ਹੇ ਸੀ। ਇਹਨਾਂ ਬਹੁਤ ਜ਼ਿਆਦਾ ਨਜਾਇਜ਼ ਕੀਤਾ। ਔਰ ਵੇਖੋ, ਜਦੋਂ ਮਾਰੀ ਗਿਆ, ਉਹਨੂੰ ਲੱਤ ਤੋਂ ਫੜ ਕੇ ਸੁੱਟ ਦਿਓ, ਉਹਨੂੰ ਬਾਂਹ ਤੋਂ ਫੜ ਕੇ ਸੁੱਟ ਦਿਓ, ਉਹਨੂੰ ਇੱਜ਼ਤ ਮਾਣ ਨਾਲ ਸਤਿਕਾਰ ਨਾਲ ਸੁੱਟ ਲਓ। ਜੋ ਅਗਲੇ ਨੂੰ ਠੇਕਾ ਹੀ ਦੇ ਦਿੱਤਾ, ਤੇ ਉਹ ਇੱਜ਼ਤ ਮਾਣ ਕਿਉਂ ਕਰੇਗੀ? ਜਿਹੜੇ ਹੱਥ ਘੜੀ ਆਈ, ਘੜੀ ਲਾ ਲਈ, ਕੰਨ ਦੇ ਵਾਲੀਆਂ ਖੋਲੀਆਂ, ਗਲੋਂ 'ਚ ਕੁਝ ਲਾ ਲਿਆ ਤੇ ਚੁੱਕ ਚੁੱਕ ਕੇ ਸੁੱਟੀ ਗਏ। ਇਹ ਹਾਲ ਹੋਇਆ। ਇਹ ਤਾਂ ਠੇਕਾ ਦੇਤਾ ਵੀ ਇਹਨਾਂ ਨੂੰ ਖਤਮ ਕਰੋ, ਇੰਨੇ ਟਾਈਮ ਦੀ ਚਾਹ ਚੁੱਕਣਾ ਤੇ ਇੱਕ ਪਾਸੇ ਲਾ ਦਿਓ, ਸੰਸਕਾਰ ਕਰਨਾ, ਤੇਲ ਪਾ ਕੇ ਸਾੜ ਦੇਣੇ, ਜੋ ਵੀ ਕਰਨਾ ਕਰਕੇ ਇਹਨਾਂ ਨੂੰ ਲਾਂਭੇ ਕਰੋ। ਇਹ ਤੇ ਇੱਜ਼ਤ ਮਾਣ ਕਰ ਬਹੁਤ ਬੁਰੀ ਹਾਲਤ ਕੀਤੀ ਆ, ਜਿਹੜਾ ਅਸੀਂ ਬਿਆਨ ਨਹੀਂ ਕਰ ਸਕਦੇ। ਮਨ ਦੁੱਖ ਦਾ। ਅਸੀਂ 15-20 ਦਿਨ ਬਾਅਦ ਜਿੱਦਣ ਖੁੱਲ੍ਹਦਾ, ਮੈਂ ਪਹਿਲੀ ਵਾਰੀ ਦਰਬਾਰ ਸਾਹਿਬ ਆਇਆ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਉਤਲੀ ਮੰਜ਼ਿਲ ਹੈ, ਮੈਂ ਉੱਥੇ ਗਿਆ। ਉੱਥੇ ਇਹਨਾਂ ਨੇ ਵਾਲਾਂ ਦੇ ਗੁੱਛੇ ਪਏ, ਜਾਂ ਬੱਧੇ ਹੋਣਗੇ ਜਾਂ ਖੋਏ ਹੋਣਗੇ। ਉੱਥੋਂ ਦਾ ਇਹ ਹਾਲਾਤ ਸੀਗੇ, ਤੇ ਬਾਕੀ ਦਾ ਬਾਹਰ ਦਾ ਹਾਲਾਤ ਵੇਖ ਲਓ ਕਿਹੋ ਜਿਹੇ ਹੋਣਗੇ। ਮਤਲਬ ਕਿ ਬਹੁਤ ਡਰਾਉਣਾ ਦ੍ਰਿਸ਼ ਸੀ। ਬਾਅਦ 'ਚ ਵੀ ਜਿੰਨੇ ਚਿਰ ਅਕਾਲ ਤਖਤ ਸਾਹਿਬ ਬਣ ਗਏ, ਉਦੋਂ ਵੀ ਮਤਲਬ ਕਿ ਭਿਆਨਕ। ਉੱਥੇ ਜਿਹੜਾ ਸੰਗਤ ਆਈ ਆ, ਦਿਲੋਂ ਮਹਾਰਾਜਾ ਸਤਿਕਾਰ ਕਰਦੀ, ਉਹ ਰੋ ਕੇ ਗਏ ਨੇ। ਤੇ ਅੱਜ ਵੀ ਉਹਨਾਂ ਦੇ ਮਨਾਂ 'ਚੋਂ, ਦਿਲ ਦਿਮਾਗ 'ਚੋਂ ਉਹ ਚੀਜ਼ਾਂ ਨਹੀਂ ਜਾਂਦੀਆਂ। ਮੈਨੂੰ ਇਸ ਵੀ ਹੁਣ ਜਦੋਂ ਸ਼ਹੀਦੀ ਦਿਹਾੜਾ ਆਉਂਦਾ ਵਾ, ਹਰ ਟਾਈਮ ਹਰ ਸਾਲ 6 ਜੂਨ ਮਨਾਇਆ ਜਾਂਦਾ ਵਾ, ਤੇ SGPC ਵੱਲੋਂ ਕਿੰਨਾ ਕੁ ਜਿਹੜਾ ਭਾਈ ਸੁਖਬੀਰ ਸਿੰਘ ਉਹਨਾਂ ਨੂੰ, ਪਰਿਵਾਰ ਨੂੰ, ਜਾਂ ਉਹਨਾਂ ਨੂੰ ਕਿੰਨਾ ਕੁ ਮਾਨ ਸਨਮਾਨ ਦਿੱਤਾ ਜਾਂਦਾ, ਕਿੰਨਾ ਯਾਦ ਕੀਤਾ ਜਾਂਦਾ? ਵੇਖੋ ਜੀ, ਉਹਨਾਂ ਨੂੰ ਤਾਂ ਨਹੀਂ ਯਾਦ ਕਰਦੇ। ਇਹ ਮਜਬੂਰੀ ਨੂੰ ਸੰਤਾਂ ਦਾ, ਭਾਈ ਅਮਰੀਕ ਸਿੰਘ ਜੀ ਦਾ, ਠਾਰਾ ਸਿੰਘ ਜੀ ਦਾ, ਭਾਈ ਸਾਹਿਬ ਦਾ ਇਹ ਦਿਹਾੜਾ ਮਨਾਉਂਦੇ ਨੇ। ਬਾਕੀ ਜਿਹੜੇ ਨਾਲ ਸ਼ਹੀਦ ਆ, ਨਾ ਉਹਨਾਂ ਦਾ ਆਰਡਰ ਨਹੀਂ ਲੈਂਦੇ, ਉਹ ਸ਼ਹੀਦਾਂ 'ਚ ਨਾਲ ਉਹਨਾਂ ਦਾ ਲੈਂਦੇ ਨੇ। ਉਹ 'ਚ ਸਤਵੰਤ ਬੇਅੰਤ ਦਾ, ਜਿੰਦੇ ਸੁੱਖੇ ਦਾ, ਜਾਂ ਦਲਾਵਰ ਸਿੰਘ ਦਾ ਇਹ ਪਾਠ ਰਖਾਈਦਾ। ਅਸੀਂ ਆਪਣੇ ਤੌਰ 'ਤੇ ਰਖਾਉਂਦੇ ਹਾਂ, ਮਨਾਉਂਦੇ ਆ, ਪਰ ਬੱਧੇ ਰੁੱਦੇ। ਪਰ ਕੀ ਲੱਗਦਾ ਨਹੀਂ ਵੀ ਭਾਈ ਸੁਬੇਗ ਸਿੰਘ ਦਾ ਬੜਾ ਇੱਕ ਅਹਿਮ ਰੋਲ ਸੀ 1984 ਨੂੰ? ਉਹਨਾਂ ਦੀ ਕੋਈ ਯਾਦਗਾਰ ਬਣਾਉਣੀ ਚਾਹੀਦੀ ਸੀ ਉਹਨਾਂ ਦੇ ਪਿੰਡ 'ਚ, ਕਿਉਂਕਿ ਇਹ ਸਿੱਖਾਂ ਵਾਸਤੇ ਬੜੀ ਫਖਰ ਦੀ ਗੱਲ ਸੀ ਇਹਨਾਂ ਵਾਸਤੇ। ਵੇਖੋ ਜੀ, ਸ਼ਹੀਦ ਤੇ ਸਾਰੇ ਸ਼ਹੀਦ ਹੀ ਨੇ, ਬਰਾਬਰ ਹੀ ਆ। ਮੈਂ ਨਹੀਂ ਮੰਨਦਾ ਕਿ ਜਨਰਲ ਸਾਹਿਬ ਦੀ ਵੱਧ ਸ਼ਹੀਦੀ ਆ। ਸ਼ਹੀਦ ਜਿਹੜੇ ਲੜਕੇ ਹਨ, ਸਾਰੇ ਬਰਾਬਰ ਦੇ ਹੀ ਸ਼ਹੀਦ ਨੇ। ਉਹ ਕਹਿ ਸਕਦੇ ਨਾ ਵੀ ਉਹ ਮੋਰਚਾ ਜਿਹੜਾ ਸੀ ਇੱਕ ਲੜਨ ਵਾਸਤੇ ਤਿਆਰੀ ਦੇਣੀ ਜਾਂ ਸਾਰਾ ਗਾਈਡੈਂਸ ਕਰਨਾ, ਉਹ ਬੜੀ ਵੱਡੀ ਗੱਲ ਹੁੰਦੀ। ਉਹ ਠੀਕ ਆ, ਉਹ ਇਹਨਾਂ ਆਪਣਾ ਫਰਜ਼ ਸੀ, ਉਹ ਨਿਭਾਇਆ, ਕਿ ਉਹਨਾਂ ਨੂੰ ਉਹਦਾ ਤਜਰਬਾ ਸੀਗਾ, ਉਹਨੇ ਆਪਣਾ ਤਜਰਬਾ ਦਿੱਤਾ। ਉਹ ਬਹੁਤ ਸੋਹਣੀ ਗੱਲ ਆ। ਬਾਕੀ ਜਿਹੜੀ ਯਾਦਗਾਰ ਬਣਾਉਣੀ ਆ, SGPC ਨੇ ਤਾਂ ਕਿਸੇ ਦੀ ਵੀ ਨਹੀਂ ਬਣਾਈ। ਅੰਦਰ ਜਾ ਕੇ ਜਿਹੜੀ ਬਣਾਈ ਹੈ ਯਾਦਗਾਰ, ਉਹ ਜ਼ਰੂਰੀ ਬਣਾਈ ਆ। ਉਹ ਤੇ ਪਤਾ ਨਹੀਂ ਕਿਸ ਹਿਸਾਬ ਨਾਲ ਇਹਨਾਂ ਜਗ੍ਹਾ ਦੇ ਦਿੱਤੀ ਆ। ਮੈਂ ਉਸ ਬਾਰੇ ਨਹੀਂ ਕੁਛ ਵੀ ਕਹਿ ਸਕਦਾ। ਪਰ ਕੀ ਲੱਗਦਾ ਨਹੀਂ ਵੀ ਉਹਨਾਂ ਦੇ ਪਿੰਡ ਜਿਹੜਾ ਸੀ, ਉਹਨਾਂ ਦਾ ਪਿਛੋਕੜ ਸੀ, ਉੱਥੇ ਅੱਜ ਵੀ ਫੋਟੋਆਂ ਲੱਗੀਆਂ, ਉਹ ਘਰ ਆ ਜਿਹੜਾ ਯਾਦ, ਉਹ ਦਿਖਾਉਣਾ ਚਾਹੀਦਾ ਲੋਕਾਂ ਨੂੰ ਇਹ ਚੀਜ਼ ਨੂੰ ਲੈ ਕੇ। ਵੇਖੋ, ਦਿਖਾਓ, ਮਤਲਬ ਕਿ ਤੁਹਾਡੇ ਰਾਹੀਂ ਆ, ਜੇ ਕੋਈ ਦਿਖਾ ਦੇ। SGPC ਨੂੰ ਕੋਈ ਜ਼ਰੂਰਤ ਨਹੀਂ ਇਹਦੀ, ਠੀਕ ਹੈ। ਇਹਨੂੰ ਨਾ ਇਹ ਚੀਜ਼ ਨੂੰ ਮਹਿਸੂਸ ਹੀ ਕਰਦੀ ਆ। ਇਹ ਪਿੰਡ ਵਾਸੀਆਂ ਦਾ, ਇਹ ਪਿੰਡ ਵਾਸੀ ਜਿੱਦਾਂ ਚਾਹਣ ਉਹ ਕਰ ਸਕਦੇ ਨੇ। ਉਹਦੇ ਵਿੱਚ ਮੈਂ ਦਖਲਅੰਦਾਜ਼ੀ ਨਹੀਂ ਕਰ ਸਕਦਾ, ਕਿਉਂਕਿ ਕੰਮ ਵੇਖੋ, ਸ਼ਹੀਦ ਮੇਰਾ ਭਰਾ ਸੀ, ਸਾਡੇ ਘਰ ਫੋਟੋਆਂ ਵੀ ਹੈਗੀਆਂ। ਅਸੀਂ ਪਾਠ ਰਖਾਈਏ ਨਾ ਰਖਾਈਏ, ਕਿੱਦਾਂ ਇਤਮਾਨ ਸਨਮਾਨ ਕਰਦੇ ਆ, ਇਹ ਸਾਨੂੰ ਪਤਾ। ਇਹ ਜਿਹੜੇ ਸ਼ਹੀਦ ਨੇ, ਇਹ ਬਾਅਦ 'ਚ ਕੌਮ ਦੇ ਹੁੰਦੇ ਨੇ। ਇਹ ਕੌਮ ਨੂੰ ਵੀ ਮਤਲਬ ਕਿ ਦਿੱਤੇ ਜਾਂਦੇ ਨੇ। ਕੌਮ ਦੀ ਇਹ ਇੱਕ ਵਿਰਾਸਤ ਹੈ, ਕੌਮ ਦੀ ਇੱਕ ਜਾਇਦਾਦ ਆ। ਸੰਭਾਲਣਾ ਇਹ ਕੌਮ ਦਾ ਕੰਮ ਹੈ, ਸਾਡਾ ਨਹੀਂ। ਇਸ ਕਰਕੇ ਪਿੰਡ ਵਾਸੀ ਚਾਹੁਣ ਬਣਾ ਲੈਣ, ਨਾ ਚਾਹੁਣ ਨਾ ਬਣਾਉਣ, ਸਾਡਾ ਉਹਨਾਂ 'ਤੇ ਕੋਈ ਜ਼ੋਰ ਨਹੀਂ। ਕੀ ਉਹਨਾਂ ਦੀ ਸੋਚ ਆ, ਕੀ ਨਹੀਂ, ਇਲਾਕੇ ਦੀ ਕੀ ਸੋਚ ਆ, ਕੀ ਨਹੀਂ, ਬਾਹਰ ਵਾਲੇ ਕੀ ਸੋਚਦੇ ਨੇ, ਕੀ ਨਹੀਂ। ਅਸੀਂ ਤਾਂ ਜਿਹੜੀ ਜਗ੍ਹਾ ਦੇਣੀ ਆ, ਉਹ ਸਾਡੇ ਕੋਲ ਘਰ ਹੈਗਾ, ਉਹ ਉਹਦੇ ਮੁਤਾਬਕ ਜਿੱਥੋਂ ਜੋ ਬਣਾਏ, ਉਹ ਜਾਇਦਾਦ ਜਨਰਲ ਸੁਬੇਗ ਸਿੰਘ ਦੀ ਆ। ਉੱਥੇ ਜੋ ਵੀ ਕੋਈ ਜਿਹੜਾ ਕੋਈ ਬਾਹਰੋਂ ਵਿਦੇਸ਼ 'ਚੋਂ ਆਣ ਕੇ ਜਾਂ ਇੱਥੇ ਕੋਈ ਸੰਸਥਾ ਆਣ ਕੇ ਬਣਾਉਣੀ ਚਾਹੇ ਤਾਂ ਬਣਾ ਸਕਦਾ, ਸਾਨੂੰ ਉਹ 'ਚ ਕੋਈ ਇਤਰਾਜ਼ ਨਹੀਂ। ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਭਾਈ ਸੁਬੇਗ ਸਿੰਘ ਜੀ ਜਿਹੜੇ ਜਰਨੈਲ ਸੀ, ਉਸ ਨਾਲ ਜਿਹੜੇ ਭਰਾ ਸਰਦਾਰ ਬੇਅੰਤ ਸਿੰਘ ਨੇ, ਅਤੇ ਉਹਨਾਂ ਨੇ ਦੱਸਿਆ ਵੀ 1984 ਤੋਂ ਲੈ ਕੇ
ਉਹਨਾਂ ਜਿਹੜਾ ਪਿਛੋਕੜ ਜਿਹੜਾ ਸਹੀ ਦੱਸੀ ਵੀ ਕਿਸ ਤਰ੍ਹਾਂ ਜਿਹੜੀ ਜੀਵਨ ਸਾਥੀ ਕਿਸ ਤਰ੍ਹਾਂ ਜਿਹੜੇ ਸਰਦਾਰ ਸੁਬੇਗ ਸਿੰਘ ਦਾ ਸੁਭਾਅ ਸੀ ਅਤੇ ਫੌਜ ਵਿੱਚ ਕਿੰਨੀਆਂ ਵੱਡੀਆਂ ਮੱਲਾਂ ਮਾਰੀਆਂ ਅਤੇ ਕਿਤੇ ਥੋੜ੍ਹੀ ਜਿਹੀ ਨਾਰਾਜ਼ਗੀ ਵੀ ਉਹਨਾਂ 'ਤੇ ਜਿਹੜੀ ਨਜ਼ਰ ਆਈ ਉਹਨਾਂ 'ਚੋਂ ਕਿ ਐਸਜੀਪੀਸੀ ਨੇ ਕਿਤੇ ਉਹਨਾਂ ਦੇ ਯਾਦਗਾਰ ਨਹੀਂ ਬਣਾਈ ਗਈ ਜਾਂ ਕਿਸੇ ਤਰ੍ਹਾਂ ਦਾ ਉਹਨਾਂ ਜਿਹੜਾ ਪਰਿਵਾਰ ਨੂੰ ਨਹੀਂ ਪੁੱਛਿਆ ਗਿਆ ਅਤੇ ਉਹਨਾਂ ਕਿਹਾ ਵੀ ਸਿੱਖ ਸੰਗਤ ਨੂੰ ਵੀ ਚਾਹੀਦਾ ਵੀ ਅਜਿਹੇ ਇੱਕ ਵੱਡੇ ਸਰਦਾਰ ਸੁਬੇਗ ਸਿੰਘ ਕਿਉਂਕਿ 1984 'ਚ ਉਹਨਾਂ ਦਾ ਇੱਕ ਅਹਿਮ ਰੋਲ ਜਿਹੜਾ ਉਹ ਸੰਤਾਂ ਦੇ ਨਾਲ ਸੀ। ਹੈ ਕਿ ਸਾਡੀ ਗੁਜ਼ਾਰਿਸ਼ ਹੈ ਵੀ ਐਸਜੀਪੀਸੀ ਨੂੰ ਵੀ ਇੱਕ ਵਾਰ ਜ਼ਰੂਰ ਉਹਨਾਂ ਵੱਲ ਪਰਿਵਾਰ ਵੱਲ ਉਸ ਜਿਹੜੀ ਯਾਦਗਾਰ ਜ਼ਰੂਰ ਝਾਤ ਮਾਰੀ ਜਾਵੇ। ਅੰਮ੍ਰਿਤਸਰ ਤੋਂ ਪੰਜਾਬੀ ਲੋਕ ਚੈਨਲ ਲਈ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ।